ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ 21 ਜੂਨ ਦਾ ਦਿਨ ਆ ਤੇ 21 ਜੂਨ ਨੂੰ ਕੈਨੇਡਾ ਦੇ ਵਿੱਚ ਰਾਸ਼ਟਰੀ ਮੂਲ ਨਿਵਾਸੀ ਲੋਕ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਂਦਾ ਇੰਡੀਜੀਨਸ ਪੀਪਲਸ ਡੇ, ਨੈਸ਼ਨਲ ਇੰਡੀਜੀਨਸ ਪੀਪਲਸ ਡੇ। ਮੂਲ ਨਿਵਾਸੀ ਜਿਹੜੇ ਇਸ ਕੈਨੇਡਾ ਦੀ ਧਰਤੀ ਦੇ ਇੱਥੋਂ ਦੇ ਮੂਲ ਵਸਿੰਦੇ ਆ, ਜਿਹੜੇ ਅਸਲ ਦੇ ਵਿੱਚ ਇੱਥੇ ਰਹਿੰਦੇ ਸੀ। ਅਸੀਂ ਸਾਰੇ ਬਾਹਰੋਂ ਆਏ ਆ, ਸਾਡੇ ਤੋਂ ਪਹਿਲਾਂ ਯੂਰਪ ਤੋਂ, ਦੂਜੇ ਪਾਸਿਓਂ ਬਹੁਤ ਸਾਰੇ ਲੋਕ ਬਾਹਰੋਂ ਆਏ, ਉਹਨਾਂ ਨੇ ਇੱਥੇ ਵਸਣਾ ਸ਼ੁਰੂ ਕਰ ਦਿੱਤਾ। ਜਿਹੜੇ ਇੱਥੋਂ ਦੇ ਮੂਲ ਨਿਵਾਸੀ ਸੀਗੇ ਉਹ ਹੌਲੀ ਹੌਲੀ ਇੱਥੋਂ ਪਾਸੇ ਦੇ ਉੱਤੇ ਚਲੇ ਗਏ। ਕੈਨੇਡਾ ਵਿੱਚ ਰਹਿੰਦੇ ਜਿਹੜੇ ਫਸਟ ਨੇਸ਼ਨ ਇਨਰਟਸ ਮਰਟਿਸ ਭਾਈਚਾਰੇ ਆ, ਉਹਨਾਂ ਦੇ ਮੂਲ ਨਿਵਾਸੀਆਂ ਦੇ ਲੋਕਾਂ ਦੇ ਸਨਮਾਨ ਦਾ ਅੱਜ ਦਿਨ ਆ। ਕੈਨੇਡੀਅਨ ਸਮਾਜ ਦੇ ਵਿੱਚ ਉਹਨਾਂ ਦਾ ਯੋਗਦਾਨ ਕੀ ਹੈ, ਅਸੀਂ ਉਹਨਾਂ ਦੀ ਧਰਤੀ ਦੇ ਉੱਤੇ ਰਹਿ ਰਹੇ ਹਾਂ, ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਅੱਜ ਦਾ ਦਿਨ 21 ਜੂਨ ਦਾ ਦਿਨ ਉਹਨਾਂ ਨੂੰ ਰੈਕੋਗਨਾਈਜ਼ ਕਰਨ ਦੇ ਲਈ, ਉਹਨਾਂ ਦੀ ਮਾਨਤਾ ਦੇ ਲਈ ਪੂਰੇ ਕੈਨੇਡਾ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਆ। ਮੂਲ ਨਿਵਾਸੀ ਭਾਈਚਾਰੇ ਬਾਰੇ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਆ। ਖਾਸ ਕਰ ਸਾਲ ਕੁ ਪਹਿਲਾਂ ਜਦੋਂ ਕੈਮਲੂਪਸ ਦੇ ਵਿੱਚ ਰੈਜ਼ੀਡੈਂਸ਼ੀਅਲ ਸਕੂਲਾਂ ਦਾ ਮਾਮਲਾ ਸਾਹਮਣੇ ਆਇਆ ਸੀ, ਉਹਦੇ ਤੋਂ ਪਹਿਲਾਂ ਬਹੁਤ ਘੱਟ ਲੋਕਾਂ ਨੂੰ ਇਹਨਾਂ ਬਾਰੇ ਜਾਣਕਾਰੀ ਸੀ ਕਿ ਕੌਣ ਸੀ। ਅੱਜ ਦਾ ਦਿਨ ਖਾਸ ਤੌਰ ਦੇ ਉੱਤੇ ਇਹਨਾਂ ਬਾਰੇ ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ, ਇਹਨਾਂ ਬਾਰੇ ਜਿੱਥੋਂ ਵੀ ਹੋ ਸਕੇ ਜਾਣਕਾਰੀ ਇਕੱਤਰ ਕਰਨੀ ਚਾਹੀਦੀ ਆ। ਇਹਨਾਂ ਬਾਰੇ ਜਾਣਨਾ ਚਾਹੀਦਾ ਕਿ ਲੋਕ ਕੌਣ ਨੇ, ਅੱਜ ਕੱਲ੍ਹ ਕਿੱਥੇ ਰਹਿੰਦੇ ਨੇ, ਇਹਨਾਂ ਦਾ ਸਾਡੇ ਨਾਲੋਂ ਜਾਂ ਦੂਜੇ ਲੋਕ ਜਿਹੜੇ ਬਾਹਰੋਂ ਆਏ ਸੀ ਉਹਨਾਂ ਨਾਲ ਬੇਸਿਕ ਫ਼ਰਕ ਕੀ ਹੈ, ਇਹਨਾਂ ਦਾ ਰੌਲਾ ਕੀ ਆ ਆਪਸ ਦੇ ਵਿੱਚ, ਇਹ ਫ਼ਰਕ ਕਿੱਥੇ ਪੈਂਦਾ ਇਹਨਾਂ ਦਾ। ਜਿਹਨੂੰ ਅਸੀਂ ਤਰੱਕੀ ਕਹਿ ਰਹੇ ਹਾਂ, ਇਹ ਲੋਕ ਵੀ ਇਹ ਤਰੱਕੀ ਕਹਿ ਰਹੇ ਆ। ਇਹ ਲੋਕ ਇਹ ਸਾਰੇ ਕੁਝ ਨੂੰ ਉਲਟੇ ਪਾਸਿਓਂ ਦੇਖਦੇ ਆ। ਇਹਨਾਂ ਦੇ ਕਹਿਣ ਅਨੁਸਾਰ ਜਿਹੜੇ ਮੂਲ ਨਿਵਾਸੀ ਨੇ ਇੱਥੋਂ ਦੇ, ਕਿ ਜਿਹੜਾ ਇਹ ਸੋ ਕਾਲਡ ਬਾਹਰੋਂ ਲੋਕ ਆਏ ਸੀ, ਇੱਥੇ ਆ ਕੇ ਵਸ ਗਏ, ਅਸੀਂ ਜਿਹੜੇ ਸੀਗੇ ਸਾਡੇ ਤੋਂ ਪਹਿਲੇ ਯੂਰਪ ਤੋਂ ਅੰਗਰੇਜ਼ ਦੂਜੇ ਆਏ ਇੱਥੇ, ਉਹਨਾਂ ਨੇ ਕੀਤਾ ਕਿ ਇਹਨਾਂ ਨੂੰ ਕਿਹਾ ਵੀ ਤੁਹਾਨੂੰ ਜੀਣਾ ਨਹੀਂ ਆਉਂਦਾ, ਤੁਹਾਨੂੰ ਰਹਿਣਾ ਨਹੀਂ ਆਉਂਦਾ, ਤੁਹਾਨੂੰ ਵਸਣਾ ਨਹੀਂ ਆਉਂਦਾ, ਤੁਹਾਨੂੰ ਟੈਕਨੀਕ ਤਾਂ ਨਹੀਂ ਪਤਾ, ਤੁਹਾਡੇ ਕੋਲ ਤਰੱਕੀ ਹੈ ਨਹੀਂ, ਅਸੀਂ ਤੁਹਾਨੂੰ ਤਰੱਕੀ ਦਿੰਦੇ ਹਾਂ। ਇੱਥੇ ਸ਼ਰਾਬ ਲਿਆਂਦੀ, ਇੱਥੇ ਮਸਾਲੇ ਲਿਆਂਦੇ ਇਹਨਾਂ ਲੋਕਾਂ ਨੂੰ। ਇਹਨਾਂ ਲੋਕਾਂ ਦੀ ਮਾਨਤਾ ਇਹ ਹੈ ਕਿ ਜਿਹੜਾ ਬੰਦਾ ਵੀ ਇਸ ਧਰਤੀ ਦੇ ਉੱਤੇ ਬਾਹਰੋਂ ਆਉਂਦਾ ਉਹਨੂੰ ਅਸੀਂ ਜੀ ਆਇਆਂ ਕਹਿਣਾ, ਵੀ ਜਿਹੜਾ ਪ੍ਰਾਹੁਣਾ ਆ ਉਹ ਰੱਬ ਦਾ ਰੂਪ ਆ। ਇਹਨਾਂ ਨੇ ਕਿਹਾ ਵੀ ਤੁਸੀਂ ਵੀ ਇੱਥੇ ਰਹਿਣ ਲੱਗ ਜਾਓ, ਇੱਥੇ ਵਸ ਜਾਓ। ਦੂਜੀ ਗੱਲ, ਇਹਨਾਂ ਦੇ ਕਿਉਂਕਿ ਉਨੀ ਜ਼ਿਆਦਾ ਇਨਫੋਰਮੇਸ਼ਨ ਨਹੀਂ ਸੀ, ਇਹਨਾਂ ਨੂੰ ਇਹ ਲੱਗਦਾ ਸੀ ਕਿ ਇਹ ਧਰਤੀ ਅਮੁੱਕ ਆ, ਇਹ ਮੁੱਕਦੀ ਨਹੀਂ, ਜਿੰਨਾ ਚਿਰ ਮਰਜ਼ੀ ਕੋਈ ਇੱਥੇ ਆ ਕੇ ਜਿਹੜਾ ਮਰਜ਼ੀ ਇੱਥੇ ਰਹੀ ਜਾਵੇ। ਪਰ ਜਿਹੜੇ ਲੋਕ ਬਾਹਰੋਂ ਆਏ ਸੀ ਉਹਨਾਂ ਨੇ ਹੌਲੀ ਹੌਲੀ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ। ਇੱਥੇ ਟੈਕਨੀਕਸ ਲਿਆਂਦੀਆਂ, ਇੱਥੇ ਮਸ਼ੀਨਾਂ ਲਿਆਂਦੀਆਂ, ਇੱਥੇ ਤਰੱਕੀ ਹੋਈ, ਇੱਥੇ ਪੜ੍ਹਾਈ ਆਈ, ਇੱਥੇ ਅੰਗਰੇਜ਼ੀ ਆਈ, ਇੱਥੇ ਹਸਪਤਾਲ ਖੁੱਲ੍ਹੇ, ਇੱਥੇ ਫੈਕਟਰੀਆਂ ਖੁੱਲ੍ਹੀਆਂ, ਇੱਥੇ ਜਹਾਜ਼, ਮੋਬਾਈਲ ਫੋਨ, ਕਿੱਥੇ ਤੱਕ ਇਸ ਵੇਲੇ ਅਸੀਂ ਇੱਥੇ ਤੱਕ ਪਹੁੰਚ ਗਏ ਹਾਂ। ਇਹ ਲੋਕ ਕੁਦਰਤ ਦੇ ਨਾਲ ਤਰੱਕੀ ਕਰਨ ਦੇ ਹਾਮੀ ਨੇ। ਇਹ ਕਹਿੰਦੇ ਆ ਕਿ ਡਿਵੈਲਪਮੈਂਟ ਹੋਣੀ ਚਾਹੀਦੀ ਆ, ਸਸਟੇਨੇਬਲ ਹੋਣੀ ਚਾਹੀਦੀ ਆ, ਕਿ ਇਹ ਨਹੀਂ ਤੁਸੀਂ ਅੱਜ ਹੀ ਸਾਰਾ ਕੁਝ ਤਬਾਹ ਕਰਕੇ ਤੇ ਸਾਰਾ ਪੀਣ ਵਾਲਾ ਪਾਣੀ ਵੀ ਤੁਹਾਡੇ ਕੋਲ ਨਹੀਂ, ਸਾਹ ਲੈਣ ਲਈ ਹਵਾ ਵੀ ਤੁਹਾਡੇ ਕੋਲ ਨਹੀਂ, ਸਾਰਾ ਕੁਝ ਤੁਸੀਂ ਖਰਾਬ ਕਰਕੇ ਤੇ ਤੁਸੀਂ ਤਰੱਕੀ ਕਰ ਰਹੇ ਹੋ। ਦੂਜੀ ਗੱਲ ਇਹਨਾਂ ਦੀ ਸਭ ਤੋਂ ਵੱਡੀ ਇਹ ਆ ਕਿ ਇਹ ਨੇਚਰ ਨੂੰ ਪ੍ਰਮੁੱਖ ਮੰਨਦੇ ਆ, ਕਿ ਜਿਹੜੀ ਕੁਦਰਤ ਆ ਉਹ ਵੱਡੀ ਆ, ਉਹ ਮਹਾਨ ਆ, ਮਨੁੱਖ ਮਹਾਨ ਨਹੀਂ ਆ। ਤੇ ਸਾਨੂੰ ਕੁਦਰਤ ਧਰਤੀ ਨੂੰ ਇਹ ਮਾਂ ਕਹਿੰਦੇ ਆ, ਮਦਰ ਅਰਥ ਕਹਿੰਦੇ ਆ। ਉਸ ਧਰਤੀ ਦਾ ਸਤਿਕਾਰ ਕਰਨਾ ਚਾਹੀਦਾ। ਜਿਹੜਾ ਹਵਾ ਦੇ ਹਵਾ ਆ, ਪਾਣੀ ਆ, ਜਲ ਆ, ਇਹਦਾ ਸਾਰੇ ਦਾ ਸਤਿਕਾਰ ਕਰਨਾ ਚਾਹੀਦਾ, ਇਹਨੂੰ ਪਲੀਤ ਨਹੀਂ ਕਰਨਾ ਚਾਹੀਦਾ। ਇਹ ਕਹਿ ਰਹੇ ਆ ਕਿ ਜਿਹੜਾ ਮਨੁੱਖ ਆ, ਜਿਹੜਾ ਅਸੀਂ ਲੋਕ ਜਿਹੜੇ ਤਰੱਕੀ ਜਾਂ ਮਾਡਰਨ ਲੋਕ ਜਾਂ ਆਧੁਨਿਕ ਲੋਕ ਜਾਂ ਜਿਹੜੇ ਪੜ੍ਹੇ ਲਿਖੇ ਜਾਂ ਤਰੱਕੀ ਵਾਲੇ ਲੋਕ, ਅੱਜ ਕੱਲ੍ਹ ਦੇ ਜ਼ਮਾਨੇ ਦੇ ਲੋਕ ਜਿਹਨਾਂ ਨੂੰ ਅਸੀਂ ਕਹਿੰਦੇ ਆ, ਉਹ ਆਪਣੇ ਆਪ ਨੂੰ ਮਾਡਰਨ ਸਮਝਦੇ ਆ ਕਿ ਅਸੀਂ ਆਧੁਨਿਕ ਆ, ਅਸੀਂ ਤਰੱਕੀ ਕੀਤੀ, ਅਸੀਂ ਅੱਗੇ ਵਧੇ, ਸਾਨੂੰ ਸਾਰੀ ਪੜ੍ਹਾਈ ਲਿਖਾਈ ਟੈਕਨੀਕ ਸਾਡੇ ਕੋਲ ਆ। ਵੀ ਇਹ ਲੋਕ ਜੰਗਲਾਂ 'ਚ ਰਹਿਣ ਵਾਲੇ, ਕਬੀਲਿਆਂ 'ਚ ਰਹਿਣ ਵਾਲੇ, ਉੱਥੋਂ ਹੀ ਮਾਸ ਖਾਣ ਵਾਲੇ, ਉੱਥੋਂ ਹੀ ਜੋ ਵੀ ਮਾੜਾ ਮੋਟਾ ਖਾ ਪੀ ਕੇ ਤੇ ਉੱਥੇ ਆਪਣਾ ਜੀਵਨ ਬਤੀਤ ਕਰਨ ਵਾਲੇ, ਇਹ ਲੋਕ ਪਿੱਛੇ ਨੇ, ਪਿਛਾਂਹ ਮਤਲਬ ਪਿਛੜੇ ਨੇ, ਸਾਡੇ ਨਾਲੋਂ ਬਹੁਤ ਪਿੱਛੇ ਨੇ, ਤੇ ਇਹਨਾਂ ਨੂੰ ਤਰੱਕੀ ਕਰਨੀ ਚਾਹੀਦੀ ਆ। ਉਹ ਸਵਾਲ ਇਹ ਕਰਦੇ ਆ ਕਿ ਅਲਟੀਮੇਟਲੀ ਇਸ ਤਰੱਕੀ ਤੋਂ ਬਾਅਦ ਤੁਸੀਂ ਕੀਤਾ ਕੀ ਆ। ਸਾਰਾ ਕੁਝ ਕਰਨ ਤੋਂ ਬਾਅਦ, ਕਾਰਾਂ, ਗੱਡੀਆਂ, ਮੋਬਾਈਲ, TV, ਸਾਰਾ ਕੁਝ ਕਰਨ ਤੋਂ ਬਾਅਦ ਤੁਸੀਂ ਅਲਟੀਮੇਟਲੀ ਕੀਤਾ ਕੀ ਆ। ਵੀ ਇੱਕ ਸਾਰੀ ਉਮਰ ਤੁਸੀਂ ਰੋਜ਼ੀ ਰੋਟੀ ਕਮਾਉਣ ਦੇ ਲਈ ਤੁਰੇ ਫਿਰਦੇ ਆ ਤੇ ਸ਼ਾਂਤੀ ਉਹਦੇ ਵਿੱਚ ਕਿਤੇ ਵੀ ਨਹੀਂ, ਤੇ ਵਾਤਾਵਰਨ ਤੁਸੀਂ ਸਾਰਿਆਂ ਨੂੰ ਤਬਾਹ ਕਰੀ ਜਾਂਦੇ ਆ। ਅਸੀਂ ਉਹ ਕਹਿੰਦੇ ਜਿਹੜਾ ਕੰਮ ਤੁਸੀਂ ਇਹ ਕਹਿੰਦੇ ਕਿ ਅਸੀਂ ਇੰਨੇ ਪੈਸੇ ਕਮਾ ਕੇ ਇੰਨਾ ਕੁਝ ਕਰਨ ਤੋਂ ਬਾਅਦ ਆਰਾਮ ਦੇ ਨਾਲ ਬੈਠ ਕੇ ਕਰਨਾ, ਉਹ ਅਸੀਂ ਪਹਿਲਾਂ ਹੀ ਕਰ ਰਹੇ ਹਾਂ। ਕੁਦਰਤ ਦੇ ਨਾਲ ਰਹਿ ਰਹੇ ਹਾਂ, ਖਾ ਰਹੇ ਹਾਂ। ਉੱਥੇ ਉਹ ਆਪਣੀ ਜਿਹੜੇ ਧਰਮ ਵੀ ਉਹਨਾਂ ਦੇ ਹੈਗੇ ਉਹਦੇ ਹਿਸਾਬ ਨਾਲ ਉਹ ਪਾਠ ਪੂਜਾ ਕਰ ਰਹੇ, ਤੇ ਉਹ ਕਹਿੰਦੇ ਅਸੀਂ ਕੁਦਰਤ ਦੇ ਨਾਲ ਇੱਕਮਿਕ ਹੋ ਕੇ ਰਹਿ ਰਹੇ ਹਾਂ। ਉਹਨਾਂ ਦੇ ਅਨੁਸਾਰ ਮਨੁੱਖ ਕੁਦਰਤ ਦਾ ਸਭ ਤੋਂ ਕਮਜ਼ੋਰ ਜੀਵ ਆ। ਸਾਡੇ ਹਿਸਾਬ ਨਾਲ ਮਨੁੱਖ ਕੁਦਰਤ ਦਾ ਸਭ ਤੋਂ ਤਾਕਤਵਰ ਜੀਵ ਆ। ਅਸੀਂ ਇਹ ਕਹਿੰਦੇ ਆ ਕਿ ਮਨੁੱਖ ਕੋਲ ਇਹ ਦਿਮਾਗ ਆ, ਇੱਥੇ ਤੱਕ ਵਿਕਸਿਤ ਹੋ ਕੇ ਪਹੁੰਚਿਆ ਕਿ ਕੁਦਰਤ ਨੂੰ ਆਪਣੇ ਹਿਸਾਬ ਨਾਲ ਮੋੜ ਸਕਦਾ। ਕੱਲ੍ਹ ਹੀ ਅਸੀਂ ਖਬਰ ਕੀਤੀ ਸੀ ਪਲਾਸਟਿਕ ਦੀ, ਕਿ ਕੁਦਰਤ ਦੇ ਵਿੱਚ ਕਿੰਨੀ ਜ਼ਿਆਦਾ ਇੱਥੇ ਫੈਲ ਚੁੱਕੀ ਹੈ। ਇਹ ਕਹਿੰਦੇ ਆ ਕਿ ਜੇਕਰ ਧਰਤੀ ਦੇ ਉੱਤੋਂ ਕਿਸੇ ਵੀ ਜਾਨਵਰ ਨੂੰ ਖਤਮ ਕਰ ਦਿਓ, ਕਿਸੇ ਵੀ ਪਲਾਂਟ ਨੂੰ ਖਤਮ ਕਰ ਦਿਓ, ਸਾਰੀ ਜਿਹੜੀ ਚੇਨ ਆ ਉਹ ਹਿੱਲ ਜੂਗੀ। ਧਰਤੀ ਦਾ ਸਾਰਾ ਤਾਣਾ ਬਾਣਾ ਹਿੱਲ ਜੂਗਾ, ਧਰਤੀ ਦੀ ਸਾਰੀ ਕੁਦਰਤ ਦਾ ਸਮਤੋਲ, ਫੂਡ ਚੇਨ, ਸਾਰਾ ਕੁਝ ਖਤਮ ਹੋ ਜੂਗਾ, ਧਰਤੀ ਤਬਾਹ ਹੋ ਜੂਗੀ। ਮਸਲਨ
ਜੇ ਧਰਤੀ ਦੇ ਉੱਤੋਂ ਤੁਸੀਂ ਇੱਕ ਚੀਜ਼ ਨੂੰ, ਸ਼ੇਰਾਂ ਨੂੰ ਫੜਨਾ ਸ਼ੁਰੂ ਕਰ ਦਿਓ, ਸ਼ੇਰ ਮਾਰ ਦਿਓ। ਹੁਣ ਸ਼ੇਰ ਮਾਰ ਦੋਗੇ ਤਾਂ ਜਿਹੜੇ ਦੂਜੇ ਜੀਵ ਨੇ ਜਿਨ੍ਹਾਂ ਨੂੰ ਸ਼ੇਰ ਖਾਂਦਾ, ਉਹਨਾਂ ਦੀ ਗਿਣਤੀ ਧਰਤੀ ਦੇ ਉੱਤੇ ਵਧਣੀ ਸ਼ੁਰੂ ਹੋ ਜੂਗੀ ਜੰਗਲ ਦੇ ਵਿੱਚ। ਜੇ ਉਹਨਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਤਾਂ ਜਿੰਨੀ ਇੱਥੇ ਘਾਹ ਆ, ਵੈਜੀਟੇਸ਼ਨ ਆ, ਹਰੀ ਚੀਜ਼ ਆ ਜੰਗਲ ਦੇ ਵਿੱਚ, ਉਹ ਸਾਰੀ ਤਬਾਹ ਹੋ ਜੂਗੀ, ਮਾਰੂਥਲ ਬਣ ਜਾਊਗਾ। ਜੇ ਤੁਸੀਂ ਪੂਰੀ ਦੀ ਪੂਰੀ ਕੁਦਰਤ ਦੇ ਵਿੱਚੋਂ ਕਿਸੇ ਇੱਕ ਜੀਵ ਨੂੰ ਪੂਰੀ ਤਰ੍ਹਾਂ ਖਤਮ ਕਰ ਦਿਓ, ਇਹ ਕਹਿੰਦੇ ਆ, ਪਰ ਜੇ ਕੁਦਰਤ ਦੇ ਵਿੱਚੋਂ ਮਨੁੱਖ ਨੂੰ ਖਤਮ ਕਰ ਦਿਓ ਤਾਂ ਕੁਝ ਵੀ ਡਿਸਟਰਬ ਨਹੀਂ ਹੁੰਦਾ। ਇਹਦਾ ਮਤਲਬ ਮਨੁੱਖ ਸਾਰੀਆਂ ਦੂਜੀਆਂ ਚੀਜ਼ਾਂ ਦੇ ਉੱਤੇ ਨਿਰਭਰ ਕਰਦਾ ਤੇ ਇਹ ਸਾਰੇ ਮਨੁੱਖ ਦੇ ਉੱਤੇ ਨਿਰਭਰ ਨਹੀਂ ਕਰਦੇ। ਮਨੁੱਖ ਸਗੋਂ ਇਸ ਸਾਰੀ ਕੁਦਰਤ ਨੂੰ, ਇਸ ਫੂਡ ਚੇਨ ਨੂੰ, ਇਹਨੂੰ ਖਰਾਬ ਕਰ ਰਿਹਾ, ਇਹਨੂੰ ਡਿਸਟਰਬ ਕਰ ਰਿਹਾ। ਜਦੋਂ ਸਾਲ ਪਹਿਲਾਂ ਅਸੀਂ ਕੈਮਲੂਪਸ ਦੇ ਵਿੱਚ ਜਾ ਕੇ ਇਹਨਾਂ ਕੁਝ ਲੋਕਾਂ ਦੇ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਲੋਕਾਂ ਨੇ ਕਿਹਾ ਸੀ ਕਿ ਸਾਡੇ ਆਲੇ ਦੁਆਲੇ 2 ਦਰਿਆ ਵਗਦੇ ਆ, ਦੋਵਾਂ ਦਰਿਆਵਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ। ਇਹ ਅੱਜ ਦੇ ਆਧੁਨਿਕ ਮਨੁੱਖ ਦੀ ਦੇਣ ਆ ਇਹਨਾਂ ਮੂਲ ਨਿਵਾਸੀ ਭਾਈਚਾਰਿਆਂ ਨੂੰ ਕਿ ਇਹ ਇੰਨੀ ਤੁਸੀਂ ਬਰਬਾਦੀ ਕਰ ਚੁੱਕੇ ਆ ਕਿ ਕਾਹਦੀ ਤਰੱਕੀ ਤੁਸੀਂ ਕੀਤੀ ਆ। ਹੁਣ ਇਸ ਤਰੱਕੀ ਦੇ ਨਾਂ ਦੇ ਉੱਤੇ ਕਿ ਜਦੋਂ ਇੱਥੇ ਯੂਰਪ ਦੇ ਜਾਂ ਦੂਜੇ ਲੋਕ ਆਏ ਸੀ ਕਿ ਅਸੀਂ ਇੱਥੇ ਤਰੱਕੀ ਕਰਨੀ ਹੈ, ਇਹਨਾਂ ਲੋਕਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਇਹਨਾਂ ਲੋਕਾਂ ਨੂੰ ਕੱਪੜੇ ਨਹੀਂ ਪਾਉਣੇ ਆਉਂਦੇ, ਇਹਨਾਂ ਲੋਕਾਂ ਨੂੰ ਬੋਲਣਾ ਨਹੀਂ ਆਉਂਦਾ, ਇਹ ਜੰਗਲ 'ਚ ਰਹਿੰਦੇ ਆ, ਇਹ ਜਿਹੜੇ ਜੰਗਲੀ ਨੇ, ਇਹ ਪਿਛਾਂਹ ਖਿੱਚੂ ਨੇ, ਇਹਨਾਂ ਨੂੰ ਕੁਝ ਵੀ ਨਹੀਂ ਪਤਾ, ਇਹਨਾਂ ਨੂੰ ਅਸੀਂ ਸੱਭਿਅਕ ਬਣਾਉਣਾ, ਸਿਵਲਾਈਜ਼ ਬਣਾਉਣਾ, ਉਹਦੇ ਨਾਂ ਦੇ ਉੱਤੇ ਰੈਜ਼ੀਡੈਂਸ਼ੀਅਲ ਸਕੂਲ ਖੋਲ੍ਹੇ ਗਏ। ਇੱਥੇ ਰੈਜ਼ੀਡੈਂਸ਼ੀਅਲ ਸਕੂਲ ਖੋਲ੍ਹ ਕੇ ਉਹਨਾਂ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਇਹਨਾਂ ਨਿਆਣਿਆਂ ਨੂੰ ਜ਼ਬਰਦਸਤੀ ਚੱਕ ਕੇ ਪਾਇਆ ਗਿਆ। ਇੱਕ ਤਰ੍ਹਾਂ ਦੇ ਨਾਲ ਘਰਾਂ ਦੇ ਵਿੱਚੋਂ ਲਿਆ ਕੇ ਇਹਨਾਂ ਦੀ ਭਾਸ਼ਾ ਭੁਲਾਈ, ਉਹਨਾਂ ਨੂੰ ਇਹਨਾਂ ਦੇ ਕੱਪੜੇ ਬਦਲ ਦਿੱਤੇ। ਭਾਵ ਜਿਹੜੇ ਕੱਪੜੇ ਇਹ ਪਾਉਂਦੇ ਸੀ, ਜਿਹੜੇ ਇਹਨਾਂ ਦਾ ਸੱਭਿਆਚਾਰ ਦੱਸਦਾ ਸੀ, ਇਹਨਾਂ ਦਾ ਵਿਰਸਾ ਦੱਸਦਾ ਸੀ, ਉਹ ਖਤਮ ਕਰ ਦਿੱਤੇ। ਇਹਨਾਂ ਦੇ ਵਾਲ ਕੱਟ ਦਿੱਤੇ, ਇਹਨਾਂ ਨੂੰ ਮਨ੍ਹਾ ਕੀਤਾ ਗਿਆ ਕਿ ਤੁਸੀਂ ਅੰਗਰੇਜ਼ੀ ਨਹੀਂ ਬੋਲਣੀ। ਇਹਨਾਂ ਨੂੰ ਮਤਲਬ 3-3 ਸਾਲ ਦੇ ਬੱਚੇ ਘਰਾਂ ਤੋਂ ਚੱਕ ਕੇ ਸਕੂਲਾਂ ਦੇ ਵਿੱਚ ਸੁੱਟ ਦਿੱਤੇ ਤੇ ਇਹਨਾਂ ਨੂੰ ਸਾਰਾ ਸਾਲ ਘਰ ਨਹੀਂ ਸੀ ਜਾਣ ਦਿੱਤਾ ਜਾਂਦਾ। ਐਡਾ ਵੱਡਾ ਜ਼ੁਲਮ ਐਸ ਕੈਨੇਡਾ ਦੀ ਧਰਤੀ ਦੇ ਉੱਤੇ ਇਸ ਆਧੁਨਿਕ ਮਨੁੱਖ ਨੇ, ਇਹਨਾਂ ਲੋਕਾਂ ਨੇ ਇਹਨਾਂ ਦੇ ਨਾਲ ਕੀਤਾ ਤੇ ਜਿਹੜੇ ਅੱਜ ਕਿਤੇ ਨਾ ਕਿਤੇ ਖਾਤਮੇ ਦੇ ਉੱਤੇ ਪਹੁੰਚ ਗਏ। ਅੱਜ ਦਾ ਦਿਨ ਇਹਨਾਂ ਲੋਕਾਂ ਨੂੰ ਰੈਕੋਗਨਾਈਜ਼ ਕਰਨ ਦੇ ਲਈ, ਇਹਨਾਂ ਨੂੰ ਯਾਦ ਕਰਨ ਦੇ ਲਈ ਮਨਾਇਆ ਜਾਂਦਾ। ਨੈਸ਼ਨਲ ਇੰਡੀਜੀਨੀਅਸ ਪੀਪਲਸ ਡੇ, ਰਾਸ਼ਟਰੀ ਮੂਲ ਨਿਵਾਸੀ ਲੋਕ ਦਿਵਸ ਦੇ ਤੌਰ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਇਹਨਾਂ ਦੀਆਂ ਵੈਲਿਊਜ਼, ਇਹਨਾਂ ਦਾ ਕਲਚਰ ਕੀ ਆ, ਉਹਦੇ ਤਹਿਤ ਲੋਕਾਂ ਨੂੰ ਜਾਣਕਾਰੀ ਦਿੱਤੀ ਆ। 13 ਜੂਨ 1986 ਨੂੰ ਕੈਨੇਡਾ ਦੇ ਗਵਰਨਰ ਜਨਰਲ ਉਸ ਵੇਲੇ ਸੀਗੇ ਰੋਮੀਓ ਲੈਬਲੋ, ਉਹਨੇ 21 ਜੂਨ ਨੂੰ ਰਾਸ਼ਟਰੀ ਆਦਿਵਾਸੀ ਦਿਵਸ ਦੇ ਤੌਰ ਦੇ ਉੱਤੇ ਐਲਾਨ ਕਰ ਦਿੱਤਾ ਸੀ। ਇੱਥੇ ਵੀ ਗੱਲ ਮੰਨਣ ਵਾਲੀ ਆ ਕਿ 21 ਜੂਨ ਨੂੰ ਸਮਰ ਸੋਲਟਿਸ ਡੇ ਮਨਾਇਆ ਜਾਂਦਾ। ਸੋ ਸਮਰ ਸੋਲਟਿਸ ਡੇ ਕੀ ਆ? ਸਮਰ ਸੋਲਟਿਸ ਡੇ ਕੀ ਹੁੰਦਾ ਕਿ ਅੱਜ ਦਾ ਦਿਨ ਗਰਮੀਆਂ ਦੇ ਵਿੱਚ ਸਭ ਤੋਂ ਵੱਡਾ ਦਿਨ ਆ, ਜਿਹੜੀ ਇੱਕ ਤਰੀਕੇ ਨਾਲ। ਸੋ ਇਹ ਅੱਜ ਦਾ ਦਿਨ ਕਿਉਂਕਿ ਸਭ ਤੋਂ ਵੱਡਾ ਦਿਨ ਆ, ਇਹ ਇਹਨਾਂ ਆਦੀਵਾਸੀਆਂ ਦੇ ਕਲਚਰ ਦੇ ਵਿੱਚ ਬਹੁਤ ਵੱਡੇ ਦਿਨ ਵਜੋਂ ਹਜ਼ਾਰਾਂ ਸਾਲਾਂ ਤੋਂ ਮਨਾਇਆ ਜਾ ਰਿਹਾ ਤੇ ਉਸ ਦਿਨ ਨੂੰ ਰੈਕੋਗਨਾਈਜ਼ ਕਰਨ ਦੇ ਲਈ ਅੱਜ 21 ਜੂਨ ਨੂੰ ਚੁਣਿਆ ਗਿਆ ਸੀ। 5 ਸਾਲ ਪਹਿਲਾਂ 21 ਜੂਨ 2017 ਨੂੰ ਜਿਹੜੇ ਹੁਣ ਦੇ ਸਾਡੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ, ਉਹਨਾਂ ਨੇ ਇਹਦਾ ਨਾਮ ਬਦਲ ਕੇ ਇਹਨੂੰ ਬਤੌਰ ਰਾਸ਼ਟਰੀ ਮੂਲ ਨਿਵਾਸੀ ਲੋਕ ਦਿਵਸ ਦੇ ਉੱਤੇ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਸਮਰ ਸੋਲਸਟਿਸ ਕੀ ਹੁੰਦਾ ਆ ਕਿ ਅੱਜ ਜਿਹਨੂੰ ਅੱਜ ਦੇ ਦਿਨ ਮਿਡ ਸਮਰ ਦੇ ਵਿੱਚ ਜਾ ਕੇ ਜਦੋਂ ਧਰਤੀ ਦਾ ਪੋਲ ਜਿਹੜਾ ਆ, ਅਰਥਸ ਪੋਲ ਮੈਕਸੀਮਮ ਟਿਲਟ ਹੋ ਜਾਂਦੇ ਆ, ਝੁਕ ਜਾਂਦੇ ਆ ਸੂਰਜ ਵੱਲ ਨੂੰ। ਇਹ 2 ਵਾਰੀ ਸਾਲ ਦੇ ਵਿੱਚ ਇਹ ਹੁੰਦਾ ਆ, ਹਰ ਹੈਮੀਸਫੀਅਰ ਦੇ ਵਿੱਚ, ਪਹਿਲਾਂ ਨਦਰਨ ਹੈਮੀਸਫੀਅਰ ਦੇ ਵਿੱਚ, ਫਿਰ ਸਦਰਨ ਹੈਮੀਸਫੀਅਰ ਦੇ ਵਿੱਚ। ਤੇ ਜਿਹੜਾ ਇੱਕ ਪਾਸੇ ਫਿਰ ਸਮਰ ਹੁੰਦਾ, ਦੂਜੇ ਪਾਸੇ ਹਾਈਐਸਟ ਪੋਜੀਸ਼ਨ ਦੇ ਉੱਤੇ ਜਦੋਂ ਪਹੁੰਚਦਾ ਆ ਸਕਾਈ ਦੇ ਵਿੱਚ, ਤਾਂ ਫਿਰ ਅੱਜ ਦਾ ਜਿਹੜਾ ਲੌਂਗੈਸਟ ਪੀਰੀਅਡ ਆਫ ਡੇ ਲਾਈਟ ਅੱਜ ਦਾ ਦਿਨ ਮੰਨਿਆ ਜਾਂਦਾ। ਦੂਜੇ ਪਾਸੇ ਆਰਕਟਿਕ ਸਰਕਲ ਦੇ ਉੱਤੇ ਜਿਹੜਾ ਨਦਰਨ ਹੈਮੀਸਫੀਅਰ ਆ, ਉੱਥੇ ਇਹ ਜਿਹੜਾ ਕੰਟੀਨਿਊਸ ਡੇ ਲਾਈਟ ਹੁੰਦੀ ਆ ਸਮਰ ਦੇ ਵਿੱਚ, ਤੇ ਇਹਨੂੰ ਫਿਰ ਇਸ ਦਿਨ ਨੂੰ ਇਸ ਤਰੀਕੇ ਦੇ ਨਾਲ ਮਨਾਇਆ ਜਾਂਦਾ ਜਿੱਦਾਂ ਸਾਡੇ ਦਿਨ ਤਿਉਹਾਰ ਹੁੰਦੇ ਆ, ਪੂਰਨ ਮੱਸਿਆ ਸੰਗਰਾਂਦ ਹੁੰਦੀ ਆ। ਇਸੇ ਤਰ੍ਹਾਂ ਇੱਥੋਂ ਦੇ ਮੂਲ ਨਿਵਾਸੀ ਇਸ ਦਿਨ ਨੂੰ ਬਹੁਤ ਲੰਬੇ ਸਮੇਂ ਤੋਂ ਮਨਾਉਂਦੇ ਆਏ ਆ। ਸਦੀਆਂ ਤੋਂ ਸ਼ੋਸ਼ਣ ਦਾ ਸ਼ਿਕਾਰ ਹੋਇਆ ਇਹਨਾਂ ਦਾ। ਇਸ ਦਿਨ ਨੂੰ ਇਹਨਾਂ ਲੋਕਾਂ ਦੇ ਖਿਲਾਫ ਇਤਿਹਾਸ ਦੇ ਵਿੱਚ ਜੋ ਕੁਛ ਇਹਨਾਂ ਨਾਲ ਧੱਕਾ ਹੋਇਆ ਉਹਦੀ ਗੱਲ ਕਰਨੀ ਚਾਹੀਦੀ ਆ, ਗੱਲ ਕਰਨੀ ਬਣਦੀ ਵੀ ਆ। ਨੈਸ਼ਨਲ ਡੇ ਫॉर ਟਰੁੱਥ ਐਂਡ ਰੀਕਨਸਾਈਲੇਸ਼ਨ ਵੀ ਇੱਥੇ ਮਨਾਇਆ ਜਾਂਦਾ। 1870 ਤੋਂ ਲੈ ਕੇ 1996 ਦੇ ਵਿਚਕਾਰ 1,50,000 ਤੋਂ ਵੱਧ ਫਸਟ ਨੇਸ਼ਨ, ਮੈਟਿਸ ਤੇ ਇਨਟਸ ਭਾਈਚਾਰੇ ਦੇ ਬੱਚਿਆਂ ਨੂੰ ਰਿਹਾਇਸ਼ੀ ਸਕੂਲਾਂ ਦੇ ਵਿੱਚ ਰੱਖਿਆ ਗਿਆ। ਜ਼ਿੰਮੇਵਾਰ ਕੌਣ ਸੀ? ਕੈਥੋਲਿਕ ਚਰਚ ਨੇ ਇਹ ਸਕੂਲ ਚਲਾਏ ਸੀ। ਸਰਕਾਰ ਹੁਣ ਉਸ ਵੇਲੇ ਦੀਆਂ ਦੇ ਨਾਲ ਸੀ। ਇਹਨਾਂ ਨੂੰ ਭਾਸ਼ਾ, ਉਹਨਾਂ ਦਾ ਸੱਭਿਆਚਾਰ, ਇੱਕ ਤਰੀਕੇ ਦੇ ਨਾਲ ਉਹਨਾਂ ਦੀ ਕਲਚਰਲ ਜੈਨੋਸਾਈਡ ਉਹਨਾਂ ਦਾ ਕੀਤਾ ਗਿਆ। ਰੀਕਨਸਾਈਲੇਸ਼ਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਇਹਨਾਂ ਸਕੂਲਾਂ ਦੇ ਵਿੱਚ ਬਹੁਤ ਸਾਰੇ ਬੱਚਿਆਂ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ। ਅਜੇ ਥੋੜ੍ਹੇ ਦਿਨ ਪਹਿਲਾਂ ਇੱਕ 92 ਸਾਲਾ ਪ੍ਰੀਸਟ ਨੂੰ ਚਾਰਜ ਕੀਤਾ ਗਿਆ ਇਹਨਾਂ ਦੋਸ਼ਾਂ ਦੇ ਲਈ ਕਿ ਉਹਨੇ 1978 ਦੇ ਨੇੜੇ ਤੇੜੇ ਇੱਕ 10 ਸਾਲ ਦੀ ਬੱਚੀ ਦੇ ਨਾਲ ਗਲਤ ਕੰਮ ਕੀਤਾ ਸੀ। ਇਹਨਾਂ ਬੱਚਿਆਂ ਦੇ ਉੱਤੇ ਹਰ ਕਿਸਮ ਦਾ ਤਸ਼ੱਦਦ ਕੀਤਾ ਗਿਆ। ਇੱਥੋਂ ਤੱਕ ਕੀਤਾ ਗਿਆ ਕਿ ਉਹਨਾਂ ਦੇ ਉੱਤੇ ਤਜਰਬੇ ਕੀਤੇ ਗਏ
ਕਿ ਜਿਹੜਾ ਕੋਈ ਫੂਡ ਪ੍ਰੋਡਕਟ ਆਇਆ, ਜਿੱਦਾਂ ਆਪਾਂ ਜਾਨਵਰਾਂ, ਕੁੱਤਿਆਂ, ਬਾਂਦਰਾਂ, ਚੂਹਿਆਂ ਦੇ ਉੱਤੇ ਤਜਰਬੇ ਕੀਤੇ ਜਾਂਦੇ ਵੀ ਇਹ ਪਹਿਲਾਂ ਇਹਨਾਂ ਜਾਨਵਰਾਂ ਦੇ ਉੱਤੇ ਤਜਰਬਾ ਕਰਕੇ ਦੇਖ ਲਓ ਵੀ ਇਹਨਾਂ ਦੇ ਉੱਤੇ ਜੇ ਕੋਈ ਹਾਨੀਕਾਰਕ ਪ੍ਰਭਾਵ ਹੁੰਦਾ ਤਾਂ ਫਿਰ ਉਹਨੂੰ ਮਨੁੱਖ ਵੱਲੋਂ ਲੈ ਕੇ ਜਾਵਾਂਗੇ। ਇਹਨਾਂ ਦੇ ਉੱਤੇ ਤਜਰਬੇ ਕੀਤੇ ਗਏ ਉਹਨਾਂ ਨਿਊਟ੍ਰੀਸ਼ਨਲ ਪ੍ਰੋਡਕਟਸ ਦੇ, ਔਰ ਜ਼ੁਲਮ ਕੀਤਾ ਗਿਆ। 4100 ਦੇ ਕਰੀਬ ਅੱਜ ਦੇ ਅੰਕੜੇ ਦੱਸਦੇ ਇਹਨਾਂ ਬੱਚਿਆਂ ਦੀ ਇਹਨਾਂ ਸਕੂਲਾਂ ਦੇ ਵਿੱਚ ਮੌਤ ਹੋ ਗਈ ਸੀ। ਕਿਹੜੀ ਥਾਂ ਸੀ ਜਿੱਥੇ ਇਹਨਾਂ ਦਾ ਨਾਂ ਸਾਹਮਣੇ ਨਹੀਂ ਆਇਆ? ਮੈਨੀਟੋਬਾ ਰੈਜ਼ੀਡੈਂਸ਼ੀਅਲ ਸਕੂਲ ਜਾਂਚ ਤੋਂ ਬਾਅਦ ਜਿੱਦਾਂ ਕੱਲ੍ਹ ਕਿ ਪਰਸੋਂ ਅਸੀਂ ਖਬਰ ਕੀਤੀ ਸੀ, ਰਿਟਾਇਰਡ ਪਾਦਰੀ ਦੇ ਉੱਤੇ ਅਸ਼ਲੀਲ ਹਮਲੇ ਦਾ ਦੋਸ਼ ਲੱਗਿਆ ਸੀ। ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਹੋਈਆਂ ਇਹਨਾਂ ਅਫਸੋਸਜਨਕ ਬਦਸਲੂਕੀਆਂ ਦੇ ਲਈ ਪੋਪ ਫਰਾਂਸਿਸ ਨੇ ਮੁਆਫੀ ਵੀ ਮੰਗੀ ਸੀ। ਜਿਹੜਾ ਕੈਥੋਲਿਕ ਚਰਚ ਦੀ ਬਹੁਤ ਅਹਿਮ ਭੂਮਿਕਾ ਸੀ ਇਹਨਾਂ ਸਕੂਲਾਂ ਨੂੰ ਚਲਾਉਣ ਦੇ ਵਿੱਚ, ਮੂਲ ਨਿਵਾਸੀ ਭਾਈਚਾਰਾ ਲੰਬੇ ਸਮੇਂ ਤੋਂ ਪੋਪ ਫਰਾਂਸਿਸ ਕੋਲੋਂ ਰਸਮੀ ਮੁਆਫੀ ਦੀ ਮੰਗ ਕਰਦੇ ਰਹੇ ਆ। ਕੈਨੇਡਾ ਦੇ ਮੂਲ ਨਿਵਾਸੀ ਭਾਈਚਾਰਿਆਂ ਦਾ ਇੱਕ ਇਕੱਠੇ ਹੋ ਕੇ ਉਹ ਥੋੜ੍ਹੇ ਚਿਰ ਦੇ ਲਈ ਐਸੇ ਸਾਲ ਮਾਰਚ ਦੇ ਵਿੱਚ ਪੋਪ ਦੇ ਨਾਲ ਮੁਲਾਕਾਤ ਕਰਨ ਦੇ ਲਈ ਵੈਟੀਕਨ ਸਿਟੀ ਦੇ ਵਿੱਚ ਵੀ ਗਏ ਸੀ। ਪੋਪ ਫਰਾਂਸਿਸ ਨੇ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਵਿੱਚ ਜਿਹੜੀ ਚਰਚ ਦੀ ਚਰਚ ਦੇ ਕੁਝ ਮੈਂਬਰਾਂ ਨੇ ਜੋ ਕੁਝ ਕੀਤਾ ਉਹਦੇ ਲਈ ਜਿਹੜਾ ਮੂਲ ਨਿਵਾਸੀ ਵਫਦ ਤੋਂ ਮੁਆਫੀ ਮੰਗੀ ਸੀ। ਹੁਣ ਅਗਲੇ ਮਹੀਨੇ ਆਪਣੇ ਇੱਥੇ ਜੁਲਾਈ ਦੇ ਵਿੱਚ ਪੋਪ ਫਰਾਂਸਿਸ ਨੇ ਇੱਥੇ ਆਉਣਾ। ਕੀ ਇਹ ਕੈਮਲੂਪਸ ਜਾਂਦੇ ਆ ਕਿ ਨਹੀਂ, ਮੁਆਫੀ ਉਹਨਾਂ ਨਾਲ ਕਿੱਦਾਂ ਮੰਗਦੇ ਆ, ਭਾਈਚਾਰੇ ਦੇ ਨਾਲ ਕਿਸ ਤਰ੍ਹਾਂ ਵਿਚਰਦੇ ਆ। ਅੱਜ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਟਵੀਟ ਕਰਕੇ ਨੈਸ਼ਨਲ ਇੰਡੀਜੀਨਸ ਪੀਪਲਸ ਡੇ ਨੂੰ, ਜਿਹੜੇ ਉਹਨਾਂ ਦੇ ਮੂਲ ਨਿਵਾਸੀ ਭਾਈਚਾਰਿਆਂ ਦਾ ਜਿਹੜਾ ਇੱਕ ਵਿਲੱਖਣ ਇਤਿਹਾਸ ਆ, ਉਹਨਾਂ ਦਾ ਸੱਭਿਆਚਾਰ ਆ, ਰਸਮਾਂ ਆ, ਉਹਨਾਂ ਦੀਆਂ ਭਾਸ਼ਾਵਾਂ ਆ, ਉਹਨਾਂ ਨੂੰ ਮਨਾਉਣ ਦਾ ਦਿਨ ਦੱਸਿਆ ਗਿਆ। ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਆ। ਉਹ ਧਰਤੀ, ਜਿਹੜੀ ਧਰਤੀ ਦੇ ਉੱਤੇ ਅਸੀਂ ਦੁਨੀਆ ਦੇ ਆਪਣੇ ਜੀਵਨ ਦੇ ਸਾਰੇ ਸੁੱਖ ਸੁਵਿਧਾਵਾਂ ਮਾਣ ਰਹੇ ਹਾਂ, ਇਹ ਧਰਤੀ ਕਿਸੇ ਹੋਰ ਦੀ ਆ। ਇਸ ਧਰਤੀ ਦੇ ਉੱਤੇ ਆ ਕੇ ਕਿਸੇ ਹੋਰ ਨੇ ਕਬਜ਼ਾ ਕੀਤਾ। ਅੱਜ ਠੀਕ ਆ, ਅੱਜ ਮਨੁੱਖੀ ਸੱਭਿਅਤਾ ਦੇ ਵਿਕਾਸ ਦੇ ਇਸ ਪੜਾਅ ਦੇ ਉੱਤੇ ਆ ਕੇ ਰੀਕਨਸੀਲੇਸ਼ਨ ਦੀ ਗੱਲ ਕੀਤੀ ਜਾਂਦੀ ਆ, ਉਹਨਾਂ ਦੇ ਮੁੜ ਵਸੇਬੇ ਦੀ ਗੱਲ ਕੀਤੀ ਜਾਂਦੀ ਆ, ਉਹਨਾਂ ਨੂੰ ਸਾਰੀਆਂ ਜਹਾਨ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ। ਪਰ ਸਭ ਤੋਂ ਵੱਡਾ ਨੁਕਸਾਨ ਉਹਨਾਂ ਦਾ ਕਲਚਰ, ਉਹਨਾਂ ਦੀ ਸੋਚ, ਉਹਨਾਂ ਦਾ ਧਰਮ, ਉਹਨਾਂ ਦਾ ਵਿਰਸਾ ਸਾਰਾ ਲਗਭਗ ਖਤਮ ਕਰਕੇ ਇਸ ਧਰਤੀ ਨੂੰ ਬਿਲਕੁਲ ਬਦਲ ਦਿੱਤਾ ਗਿਆ। ਇੱਕ ਹੋਰ ਖਬਰ ਅੱਜ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਅੱਜ 21 ਜੂਨ, ਜਿੱਦਾਂ ਪਹਿਲਾਂ ਜ਼ਿਕਰ ਕਰਕੇ ਹਟੇ ਹਾਂ ਕਿ ਗਰਮੀਆਂ ਦਾ ਇਹ ਸਭ ਤੋਂ ਵੱਡਾ ਦਿਨ ਹੁੰਦਾ। ਅੱਜ ਤੋਂ ਅਫੀਸ਼ੀਅਲੀ ਗਰਮੀਆਂ ਸ਼ੁਰੂ ਹੋ ਜਾਂਦੀਆਂ, ਹਾਲਾਂਕਿ ਕਾਫੀ ਦੇਰ ਤੋਂ ਗਰਮੀ ਸ਼ੁਰੂ ਹੋ ਚੁੱਕੀ ਹੁੰਦੀ ਹੈ, ਪਰ ਇਸ ਸਾਲ ਇਹ ਗਰਮੀ ਪੈ ਨਹੀਂ ਰਹੀ। ਮੌਸਮ ਠੰਡਾ ਆ। ਲਗਾਤਾਰ ਖਬਰਾਂ ਆ ਰਹੀਆਂ ਕਿ ਗਰਮੀ ਪੈ ਨਹੀਂ ਰਹੀ। ਇਹਦਾ ਮਤਲਬ ਇਹ ਆ ਕਿ ਜੁਲਾਈ ਦੇ ਵਿੱਚ ਗਰਮੀ ਜ਼ਿਆਦਾ ਪਊਗੀ, ਜੁਲਾਈ ਦੇ ਵਿੱਚ ਗਰਮੀ ਜ਼ਿਆਦਾ ਪਊਗੀ, ਬਰਫ਼ ਜ਼ਿਆਦਾ ਪਿਘਲੂਗੀ ਅਤੇ ਦਰਿਆਵਾਂ ਦੇ ਵਿੱਚ ਹੜ੍ਹ ਆਉਣਗੇ। ਸੋ ਅਗਲਾ ਮਹੀਨਾ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਲਈ ਕਾਫੀ ਜਿਹੜਾ ਖਤਰਨਾਕ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਬਹੁਤ ਕੁਛ ਗੜਬੜ ਹੋ ਸਕਦਾ। ਜਿਹੜੇ ਮੈਟਰੋਲੋਜਿਸਟ ਨੇ, ਜਿਹੜੇ ਵਾਤਾਵਰਨ ਨੂੰ ਸਮਝਣ ਵਾਲੇ ਵਿਗਿਆਨੀ ਨੇ, ਐਨਵਾਇਰਨਮੈਂਟ ਕੈਨੇਡਾ ਦੇ ਵਿਗਿਆਨੀ ਨੇ, ਉਹਨਾਂ ਨੇ ਦੱਸਿਆ ਸੀ ਕਿ ਆਹ ਜਿਹੜਾ ਪੂਰਾ ਹਫ਼ਤਾ ਇਸ ਵੇਲੇ ਚੱਲਣਾ, ਅੱਜ ਮੰਗਲਵਾਰ ਹੋ ਗਿਆ, ਆਹ ਪੂਰਾ ਹਫ਼ਤਾ ਥੋੜ੍ਹੀ ਜਿਹੀ ਗਰਮੀ ਵਧੂਗੀ। ਹੁਣ ਤੱਕ ਆਪਾਂ ਗਰਮੀ ਦੇਖੀ ਨਹੀਂ। ਪਿਛਲੇ ਸਾਲ ਉਹ ਦਿਨ ਸੀਗੇ ਜਦੋਂ ਬਿਲਕੁਲ ਸਿਖਰ ਦੇ ਉੱਤੇ ਗਰਮੀ ਗਈ ਸੀ। ਸੋ ਹੁਣ ਇਸ ਵੀਕਐਂਡ ਦੇ ਉੱਤੇ ਟੈਂਪਰੇਚਰ ਫੋਰਕਾਸਟ ਦੱਸਿਆ ਜਾ ਰਿਹਾ ਕਿ 22 ਡਿਗਰੀ ਦੇ ਨੇੜੇ ਮੈਟਰੋ ਵੈਨਕੂਵਰ ਦੇ ਵਿੱਚ ਅਤੇ 26 ਡਿਗਰੀ ਦੇ ਵਿੱਚ ਨੇੜੇ ਤੇੜੇ ਬਾਕੀ ਥਾਵਾਂ ਦੇ ਉੱਤੇ ਫਰਾਈਡੇ ਤੱਕ ਰਹੂਗਾ। 20s ਦੇ ਵਿੱਚ ਸੈਟਰਡੇ ਅਤੇ ਸੰਡੇ ਨੂੰ ਟੈਂਪਰੇਚਰ ਰਹਿਣ ਦੀ ਆਸ ਆ। ਐਨਵਾਇਰਨਮੈਂਟ ਕੈਨੇਡਾ ਜਾਣਕਾਰੀ ਦੇ ਰਿਹਾ। ਟੈਂਪਰੇਚਰ ਐਤਵਾਰ ਨੂੰ ਜਿਹੜਾ 30 ਦੇ ਨੇੜੇ ਤੇੜੇ ਪਹੁੰਚ ਸਕਦਾ ਕਲੋਨਾ ਦੇ ਵਿੱਚ, ਕੈਮਲੂਪਸ ਦੇ ਵਿੱਚ, ਅਤੇ 25 ਡਿਗਰੀ ਤੱਕ ਪ੍ਰਿੰਸ ਜਾਰਜ ਦੇ ਵਿੱਚ ਪਹੁੰਚ ਸਕਦਾ। ਤੁਹਾਨੂੰ ਯਾਦ ਹੋਊਗਾ ਕਿ ਲਿਟਨ ਟਾਊਨ, ਉਹਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਹੀ ਅੱਗ ਲੱਗੀ ਸੀ ਔਰ ਬਹੁਤ ਕੁਛ ਜਿਹੜਾ ਵਾਤਾਵਰਨ ਨੇ ਤਬਾਹੀ ਕੀਤੀ ਸੀ। ਟੈਂਪਰੇਚਰ ਦਾ ਵਧਣਾ, ਰਾਈਜ਼ ਟੈਂਪਰੇਚਰ ਜਿਹੜਾ ਹੈਗਾ ਆ, ਉਹ ਪਿਛਲੇ ਸਮਰ ਦੀ ਮਤਲਬ ਪਹਿਲੀ ਐਨੀਵਰਸਰੀ ਕਹਿ ਲਓ। ਹੀਟ ਡੋਮ ਇਸ ਵੇਲੇ ਬਣਿਆ ਆ। 25 ਜੂਨ ਤੋਂ ਲੈ ਕੇ ਜੁਲਾਈ ਤੱਕ ਪਿਛਲੇ ਸਾਲ ਸਭ ਤੋਂ ਵੱਧ ਉਹ ਹੀਟ ਡੋਮ ਦਾ ਪ੍ਰਭਾਵ ਪਿਆ ਸੀ। ਸੋ ਟੈਂਪਰੇਚਰ 40 ਡਿਗਰੀ ਦੇ ਨੇੜੇ ਤੇੜੇ ਉਸ ਸਮੇਂ ਦੇ ਪ੍ਰੋਵਿੰਸ ਦੇ ਵਿੱਚ ਚਲੇ ਗਿਆ ਸੀ ਅਤੇ 619 ਗਰਮੀ ਦੇ ਨਾਲ ਮੌਤਾਂ ਹੋ ਗਈਆਂ ਸੀ। ਜਿਹੜਾ BC ਕਾਰਨਰਜ਼ ਸਰਵਿਸ ਦੀ ਰਿਪੋਰਟ ਦੱਸਦੀ ਸੀ 619 ਹੀਟ ਰਿਲੇਟਡ ਡੈਥਸ ਇੱਥੇ ਹੋਈਆਂ ਸੀ ਉਸ ਵੇਲੇ। ਸੋ ਹੁਣ ਕਿਉਂਕਿ ਅਸੀਂ ਉਸ ਸਮੇਂ ਦੇ ਵਿੱਚੋਂ ਲੰਘ ਰਹੇ ਹਾਂ, ਉਹਦੇ ਨੇੜੇ ਤੇੜੇ ਆ ਰਹੇ ਹਾਂ, ਲੋਕ ਚਿੰਤਤ ਨੇ ਇਸ ਸਮੇਂ ਦੇ ਵਿੱਚ ਕਿ ਜਿਹੜਾ ਪੂਰਾ ਸਟ੍ਰੈਚ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿੱਦਾਂ ਦਾ ਹੋਣਾ। ਟੈਂਪਰੇਚਰ ਇਹ ਤਾਂ ਕਿਹਾ ਜਾ ਰਿਹਾ ਕਿ ਇੰਨਾ ਤਾਂ ਨਹੀਂ ਹੋਣਾ ਕਿ ਜਿਹੜਾ ਪਿਛਲੇ ਸਾਲ ਵਾਲੀ ਹੀਟ ਵਾਰਨਿੰਗ ਵਰਗਾ ਹੋ ਜਾਊਗਾ, ਪਰ ਸਪੈਸ਼ਲ ਵੈਦਰ ਸਟੇਟਮੈਂਟ ਦੱਸੀ ਆ ਕਿ ਇਸ ਹਫ਼ਤੇ, ਆਉਣ ਵਾਲੇ ਹਫ਼ਤੇ ਦੇ ਵਿੱਚ ਥੋੜ੍ਹਾ ਜਿਹਾ ਗਰਮ ਵਾਤਾਵਰਨ ਹੋਊਗਾ। ਟੈਕਨੀਕਲੀ ਜਿਹੜੀ ਗਰਮੀ ਆ ਉਹ ਇਸ ਵੀਕ ਤੋਂ ਸ਼ੁਰੂ ਹੋਊਗੀ ਜੁਲਾਈ ਤੱਕ ਅਗਲੇ, ਅਤੇ ਇਹ ਜਿਹੜੀ ਹੈਗੀ ਆ ਹੁਣ ਕਿੰਨੀ ਕੁ ਚੱਲਦੀ ਆ, ਸਾਇੰਟਿਸਟ ਕਹਿ ਰਹੇ ਆ ਕਿ ਸਾਇੰਟਿਸਟ ਵੀ ਇਸ ਵੇਲੇ ਥੋੜ੍ਹੇ ਜਿਹੇ ਕਨਫਿਊਜ਼ ਹੋਏ ਆ। ਉਹ ਕਹਿੰਦੇ ਬਹੁਤ ਔਖਾ ਆ ਇਸ ਵੇਲੇ ਵਾਤਾਵਰਨ ਨੂੰ ਪ੍ਰੈਡਿਕਟ ਕਰਨਾ ਕਿ ਇੱਥੇ ਹੋਊਗਾ ਕੀ ਇਹਦੇ ਨਾਲ, ਕਿਸ ਤਰੀਕੇ ਦੇ ਨਾਲ ਜਿਹੜਾ ਸਾਰਾ ਕੁਛ ਹੋਊਗਾ। ਦੂਜਾ, ਰਿਵਰ ਫੋਰਕਾਸਟ ਸੈਂਟਰ ਨੇ ਵੀ ਇਹ ਗੱਲਬਾਤ ਦੱਸੀ ਆ ਪਿਛਲੇ ਹਫ਼ਤੇ ਕਿ ਫਰੈਸ਼ ਜਿਹੜਾ ਵਾਟਰ ਆ ਉਹ ਇਹਨਾਂ ਦਰਿਆਵਾਂ ਦੇ ਵਿੱਚ ਆ ਸਕਦਾ, ਬਰਫ਼ ਪਿਘਲ ਸਕਦੀ ਹੈ, ਉਹਦੇ ਨਾਲ ਕੁਦਰਤੀ ਤੌਰ ਦੇ ਉੱਤੇ ਹੜ੍ਹ ਜ਼ਿਆਦਾ ਗਿਣਤੀ ਦੇ ਵਿੱਚ ਆਉਣਗੇ। BC ਸਰਕਾਰ ਵੀ ਇਸ ਵੇਲੇ ਜਿਹੜੀ ਕੱਲ੍ਹ
ਬੀਤੇ ਕੱਲ੍ਹ ਉਹਨਾਂ ਨੇ ਜਿਹੜੀ ਨਵੀਂ ਸਟ੍ਰੈਟਜੀ ਰਿਲੀਜ਼ ਕੀਤੀ ਆ ਉਹਦੇ ਵਿੱਚ ਦੱਸਿਆ ਹੈ ਕਿ ਪ੍ਰੋਵਿੰਸ ਇਸ ਵੇਲੇ ਰੈਡੀ ਆ ਐਕਸਟ੍ਰੀਮ ਵੈਦਰ ਦੇ ਨਾਲ। ਜਿਹੜੀ ਹੀਟ ਆ, ਵਾਈਲਡ ਫਾਇਰ ਆ ਜਾਂ ਫਲੱਡਿੰਗ ਆ, ਇਹ ਸਾਰੇ ਕੁਛ ਦੇ ਨਾਲ ਤਿਆਰ ਹੈ ਅਤੇ ਤਿਆਰ ਰਹਿਣਾ ਚਾਹੀਦਾ ਆ। ਇਨਵਾਇਰਨਮੈਂਟ ਮਿਨਿਸਟਰ ਜਾਰਜ ਹੇਮਨ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਅਸੀਂ ਵੱਖ-ਵੱਖ ਵੀ ਸੀ ਵਾਈਲਡ ਫਾਇਰ ਸਰਫੇਸ ਨੂੰ ਪ੍ਰਪੇਅਰ ਕੀਤਾ ਜਾ ਰਿਹਾ ਕਿ ਇਹਨਾਂ ਅੱਗਾਂ ਤੋਂ ਬਚਿਆ ਜਾ ਸਕੇ। ਸਰਕਾਰ ਇਸ ਵੇਲੇ ਕਹਿ ਰਹੀ ਹੈ ਕਿ ਉਹ ਜਿਹੜਾ $500 ਬਿਲੀਅਨ ਹੋਰ ਇਨਵੈਸਟ ਕਰ ਰਹੀ ਹੈ ਅਗਲੇ 3 ਸਾਲਾਂ ਦੇ ਵਿੱਚ, ਤਾਂ ਕਿ ਪ੍ਰੋਵਿੰਸ ਦੇ ਵਿੱਚ ਲੋਕ ਕਲਾਈਮੇਟ ਚੇਂਜ ਦੇ ਇੰਪੈਕਟ ਦੇ ਲਈ ਅਡੈਪਟ ਹੋ ਸਕਣ, ਇਹਦੇ ਬਾਰੇ ਜਾਣ ਸਕਣ। ਰੂਸ ਯੂਕਰੇਨ ਜੰਗ ਲਗਾਤਾਰ ਚੱਲ ਰਹੀ ਆ ਅਤੇ ਇਹਦੇ ਵਿੱਚ ਅੱਜ ਅਪਡੇਟ ਇਹ ਆ ਰਹੀ ਆ ਕਿ ਡਮਿਟਰੀ ਮੁਰਾਟੋਵ ਇੱਕ ਪੱਤਰਕਾਰ ਆ, ਰਸ਼ੀਅਨ ਐਡੀਟਰ ਇਨ ਚੀਫ ਆ, ਇੰਡੀਪੈਂਡੈਂਟ ਨਿਊਜ਼ਪੇਪਰ ਆ ਉੱਥੇ ਦਾ, ਨੋਇਆ ਗਜ਼ੇਟਾ। ਉਹਨੇ ਕਹਿੰਦੇ ਆਪਣਾ ਨਿਲਾਮ ਕਰ ਦਿੱਤਾ ਨੋਬਲ ਪੀਸ ਪ੍ਰਾਈਜ਼ ਦਾ ਗੋਲਡ ਮੈਡਲ $103 ਮਿਲੀਅਨ ਦੇ ਵਿੱਚ, ਤਾਂ ਕਿ ਉਹਨਾਂ ਬੱਚਿਆਂ ਨੂੰ ਬਚਾਇਆ ਜਾ ਸਕੇ ਜਿਹਨਾਂ ਦੇ ਉੱਤੇ ਲੜਾਈ ਦਾ ਅਸਰ ਪੈ ਰਿਹਾ। ਗੱਲ ਬੜੀ ਕਮਾਲ ਦੀ ਔਰ ਸਮਝਣ ਵਾਲੀ ਆ। ਯੂਕਰੇਨ ਦੇ ਰੂਸ ਦੇ ਵਿੱਚ ਲੜਾਈ ਚੱਲ ਰਹੀ ਆ, ਯੂਕਰੇਨ ਵਾਲੇ ਯੂਕਰੇਨ ਦੀ ਮਦਦ ਕਰ ਰਹੇ ਆ, ਰੂਸ ਦੇ ਲੋਕ ਰੂਸ ਦੀ ਮਦਦ ਕਰ ਰਹੇ ਆ, ਪਰ ਰੂਸ ਦੇ ਵਿੱਚ ਰਹਿੰਦਾ ਇੱਕ ਪੱਤਰਕਾਰ ਜਿਹੜਾ ਨੋਬਲ ਪੀਸ ਪ੍ਰਾਈਜ਼ ਜਿੱਤ ਚੁੱਕਿਆ, ਉਹ ਕਹਿੰਦਾ ਵੀ ਰੂਸ ਧੱਕਾ ਕਰ ਰਿਹਾ। ਉਹ ਇੱਕੋ ਇੱਕ ਪੱਤਰਕਾਰ ਸ਼ਾਇਦ ਰੂਸ ਦੇ ਵਿੱਚ ਬਚਿਆ ਜਿਹੜਾ ਆਪਣੀ ਸਰਕਾਰ ਦੀ ਆਲੋਚਨਾ ਕਰ ਰਿਹਾ, ਸਿੱਧਾ ਸਰਕਾਰ ਦੇ ਉੱਤੇ ਅਟੈਕ ਕਰ ਰਿਹਾ ਕਿ ਤੁਸੀਂ ਬਹੁਤ ਗਲਤ ਕਰ ਰਹੇ ਹੋ। ਉਹ ਕਹਿੰਦਾ ਮੈਂ ਆਪਣਾ ਇਹ ਜਿਹੜਾ, ਕਿਉਂਕਿ ਨੋਬਲ ਪ੍ਰਾਈਜ਼ ਦੁਨੀਆ ਦਾ ਸਭ ਤੋਂ ਵੱਡਾ ਪ੍ਰਾਈਜ਼ ਆ ਅਤੇ ਉਹਨੂੰ $103 ਮਿਲੀਅਨ ਦੇ ਵਿੱਚ ਉਹਨੇ ਉਹਦੀ ਨਿਲਾਮੀ ਕਰ ਦਿੱਤੀ ਆ, ਅਤੇ ਉਹ ਪੈਸਾ ਉਹ ਕਹਿੰਦਾ ਮੈਂ ਯੂਕਰੇਨ ਜਿਹਦੇ ਉੱਤੇ ਉਹਦੇ ਦੇਸ਼ ਨੇ ਹਮਲਾ ਕੀਤਾ ਉਹਨਾਂ ਦੇ ਬੱਚਿਆਂ ਨੂੰ ਦਊਂਗਾ। ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ, ਪੂਰੀ ਦੁਨੀਆ ਦੇ ਵਿੱਚ ਇਹਦੀ ਚਰਚਾ ਚੱਲ ਰਹੀ ਆ। ਅਜੇ ਤੱਕ ਅਨਆਇਡੈਂਟੀਫਾਈਡ ਫੋਨ ਬਿਡਰ ਜਿਹੜਾ ਆ ਬਿਡ ਕੀਤੀ ਕਿਸੇ ਨੇ ਫੋਨ ਦੇ ਉੱਤੇ, ਉਹਨੂੰ ਵੇਚਿਆ ਜਾ ਚੁੱਕਿਆ। ਨਿਊਯਾਰਕ ਦੀ ਆਰਗੇਨਾਈਜ਼ ਕੀਤਾ ਹੈਰੀਟੇਜ ਆਕਸ਼ਨ ਨੇ, ਅਜੇ ਤੱਕ ਪਤਾ ਨਹੀਂ ਲੱਗਿਆ ਉਹ ਕੌਣ ਆ, ਪਰ ਇੱਕ ਵਾਰੀ ਇਹਨੇ ਬਹੁਤ ਸਾਰੇ ਸਵਾਲ ਇਸ ਚੀਜ਼ ਨੇ ਪੈਦਾ ਕਰ ਦਿੱਤੇ ਆ। ਇੱਕ ਦੇਸ਼ ਦੂਜੇ ਦੇਸ਼ ਦੇ ਉੱਤੇ ਹਮਲਾ ਕਰ ਰਿਹਾ, ਪਰ ਉਸੇ ਦੇਸ਼ ਦਾ ਇੱਕ ਪੱਤਰਕਾਰ ਜਿਹੜੇ ਕਿੰਨੇ ਸੈਂਕੜੇ ਡਾਲਰ ਇਕੱਠੇ ਕਰਕੇ ਆਪਣਾ ਦੁਨੀਆ ਦਾ ਸਭ ਤੋਂ ਵੱਡਾ ਇਨਾਮ ਜਿੱਤਣਾ, ਜਿਹੜਾ ਉਹਨੂੰ ਜਿੱਤ ਕੇ 2021 ਦੇ ਵਿੱਚ ਇਹਨੂੰ ਪਿਛਲੇ ਸਾਲ ਇਨਾਮ ਮਿਲਿਆ ਸੀ ਮੁਰਾਟੋਵ ਨੂੰ। ਇੱਕ ਜਰਨਲਿਸਟ ਮਾਰੀਆ ਰੇਸਾ ਫਿਲੀਪੀਨ ਦੀ ਸੀ ਨਾ, ਦੋਵਾਂ ਨੂੰ ਇਕੱਠਿਆਂ ਨੂੰ ਇਹ ਪੀਸ ਪ੍ਰਾਈਜ਼ ਮਿਲਿਆ ਸੀ ਅਤੇ ਉਹਨਾਂ ਨੂੰ ਜਿਹੜਾ ਕਿਹਾ ਗਿਆ ਸੀ ਕਿ ਫॉर द ਐਫਰਟ ਟੂ ਸੇਫਗਾਰਡ ਫਰੀडम ਆਫ ਐਕਸਪ੍ਰੈਸ਼ਨ। ਅਤੇ ਇਹਦੇ ਤਹਿਤ ਇਹ ਜਰਨਲਿਸਟ ਜਿਹੜਾ 1993 ਦੇ ਵਿੱਚ ਉਸ ਵੇਲੇ ਨੇ ਖਾਸ ਤੌਰ ਦੇ ਉੱਤੇ ਕੰਮ ਕੀਤਾ ਸੀ ਜਦੋਂ ਸੋਵੀਅਤ ਯੂਨੀਅਨ ਡਿੱਗ ਗਿਆ ਸੀ ਪੂਰੇ ਦਾ ਪੂਰਾ। ਅਤੇ ਉਹਦੇ ਤੋਂ ਬਾਅਦ ਇੱਕ ਹੁਣ ਇਸ ਵੇਲੇ ਇਹ ਮੇਜਰ ਨਿਊਜ਼ਪੇਪਰ ਇੱਕੋ ਇੱਕ ਆ ਜਿਹੜਾ ਸਿੱਧਾ ਕ੍ਰਿਟੀਸਾਈਜ਼ ਕਰ ਰਿਹਾ ਆਪਣੇ ਦੇਸ਼ ਦੀ ਸਰਕਾਰ ਨੂੰ, ਵਲਾਦੀਮੀਰ ਪੁਤਨ ਨੂੰ, ਯੂਕਰੇਨ ਦੇ ਉੱਤੇ ਹਮਲਾ ਕਰਨ ਦੇ ਲਈ। ਇਹਨੂੰ ਅਪ੍ਰੈਲ ਦੇ ਵਿੱਚ ਅਸੌਲਟ ਵੀ ਕੀਤਾ ਗਿਆ ਸੀ ਟ੍ਰੇਨ ਦੇ ਵਿੱਚ, ਜਿਹੜਾ ਇਹਦੇ ਉੱਤੇ ਕੁਛ ਪਾਇਆ ਗਿਆ ਸੀ ਅੱਖਾਂ ਦੇ ਵਿੱਚ ਸੜਨ ਦੇ ਲਈ ਕਿ ਕਿਉਂ ਇਹ ਆਪਣੀ ਸਰਕਾਰ ਦੇ ਖਿਲਾਫ ਲਿਖ ਰਿਹਾ ਆ। ਅਮਰੀਕਾ ਜਿਹੜਾ ਮਾਫੀ ਚਾਹੁੰਦੇ, ਰੂਸ ਵਰਗਾ ਦੇਸ਼, ਤਾਨਾਸ਼ਾਹ ਦੇਸ਼, ਉਸ ਦੇਸ਼ ਵਿੱਚ ਰਹਿੰਦੇ ਹੋਏ ਕਿਸੇ ਹੋਰ ਦੇਸ਼ ਦੇ ਹੱਕ ਦੀ ਗੱਲ ਕਰਨੀ ਅਤੇ ਫਿਰ ਉਹਦੇ ਲਈ ਆਪਣਾ ਨੋਬਲ ਪ੍ਰਾਈਜ਼ ਦਾ ਪੂਰਾ ਇਹ ਵੇਚ ਦੇਣਾ। ਯੂਕਰੇਨ ਅਤੇ ਰੂਸੀ ਸੈਨਾ ਤਬਾਹੀ ਦੇ ਉਸ ਮੰਜ਼ਰ ਦੇ ਉੱਤੇ ਪਹੁੰਚ ਚੁੱਕੀ ਆ ਕਿ ਕਰੋੜਾਂ ਲੋਕ ਆਪਣਾ ਘਰ ਛੱਡ ਕੇ ਮਜਬੂਰ ਹੋ ਗਏ ਆ, ਵੱਡੀ ਸੰਖਿਆ ਦੇ ਵਿੱਚ ਬੱਚੇ ਸ਼ਾਮਲ ਆ, ਅਤੇ ਬੱਚਿਆਂ ਦੀ ਮਦਦ ਦੇ ਲਈ ਪੂਰੀ ਦੁਨੀਆ ਦੇ ਵਿੱਚੋਂ ਇਸ ਵੇਲੇ ਪੈਸਾ ਧੇਲਾ ਇਕੱਠਾ ਕੀਤਾ ਜਾ ਰਿਹਾ, ਜਿਹਦੇ ਵਿੱਚ ਇੰਡੀਪੈਂਡੈਂਟ ਨਿਊਜ਼ਪੇਪਰ ਨਵਾਇਆ ਗਜ਼ੇਟਾ ਅਤੇ ਉਹਦਾ ਐਡੀਟਰ ਇਨ ਚੀਫ ਡਮਿਤਰੀ ਮੁਰਾਟੋਵ ਅਤੇ ਯੂਕਰੇਨੀ ਬੱਚਿਆਂ ਦੀ ਮਦਦ ਕਰਨ ਦੇ ਲਈ ਆਪਣੇ ਨੋਬਲ ਪ੍ਰਾਈਜ਼ ਦੀ ਨਿਲਾਮੀ ਨਿਊਯਾਰਕ ਦੇ ਹੈਰੀਟੇਜ ਆਕਸ਼ਨ ਦੇ ਇੱਕ ਈਵੈਂਟ ਦੇ ਵਿੱਚ ਕਰ ਦਿੰਦਾ ਆ। ਅਣਜਾਣ ਖਰੀਦਦਾਰ ਆ ਜਿਹੜਾ ਇਹਨੂੰ ਖਰੀਦਦਾ ਆ ਅਤੇ ਫਿਰ ਇਹਨੂੰ ਹੁਣ ਉਹਨਾਂ ਦੀ ਮਦਦ ਦੇ ਲਈ ਦਿੱਤਾ ਜਾਊਗਾ। 1993 ਦੇ ਵਿੱਚ ਹੀ ਨਵਾਇਆ ਗਜ਼ੇਟਾ ਦੀ ਸਥਾਪਨਾ ਕੀਤੀ ਗਈ ਸੀ। ਇਹ ਖਬਰ ਵੀ ਅੱਜ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ੋਰ ਸ਼ੋਰ ਦੇ ਨਾਲ ਪੜ੍ਹੀ ਗਈ ਆ, ਜਿੱਥੇ ਕਿ ਜਿਹੜਾ ਇਹ ਲੋਕ ਜਿਹੜੇ ਆ ਇੱਦਾਂ ਮਦਦ ਵੀ ਦੂਜਿਆਂ ਦੀ ਕਰ ਰਹੇ ਆ। ਅਗਲੀ ਖਬਰ ਅਮਰੀਕਾ ਤੋਂ ਆ। ਇੱਕ ਰਿਪੋਰਟ ਆਈ ਆ ਜਿਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਖਾਸ ਕਰ ਗਰਮੀਆਂ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਮਾਪੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਕਾਰ ਦੇ ਵਿੱਚ ਭੁੱਲ ਜਾਂਦੇ ਦਾ ਅਰਥ ਕੀ ਆ ਕਿ ਬੱਚੇ ਕਾਰ ਦੇ ਵਿੱਚ ਜਦੋਂ ਹੁੰਦੇ ਆ, ਸੀਟ ਬੈਲਟ ਉਹਨਾਂ ਦੀ ਲੱਗੀ ਹੁੰਦੀ ਆ, ਕਾਰ ਸੀਟ ਦੇ ਵਿੱਚ ਉਹ ਬੈਠੇ ਹੁੰਦੇ ਆ, ਮਾਪੇ ਕਾਰ ਦੇ ਵਿੱਚੋਂ ਨਿਕਲ ਕੇ ਘਰ ਚਲੇ ਜਾਂਦੇ ਆ ਜਾਂ ਕੰਮ 'ਤੇ ਚਲੇ ਜਾਂਦੇ, ਉਹਨਾਂ ਨੂੰ ਯਾਦ ਭੁੱਲ ਜਾਂਦਾ ਕਿ ਸਾਡਾ ਬੱਚਾ ਕਾਰ ਦੇ ਵਿੱਚ ਆ। ਕਾਰ ਦੇ ਵਿੱਚ ਬੱਚੇ ਦੇ ਹੋਣ ਕਰਕੇ ਉਹ ਜਾਂ ਤਾਂ ਸੁੱਤਾ ਪਿਆ ਜਾਂ ਬੋਲ ਨਹੀਂ ਸਕਦਾ। ਬਹੁਤ ਸਾਰੇ ਬੱਚਿਆਂ ਦੀ ਅਮਰੀਕਾ ਦੇ ਵਿੱਚ ਇਸੇ ਤਰ੍ਹਾਂ ਮੌਤ ਹੋ ਜਾਂਦੀ ਆ ਕਾਰ ਦੇ ਵਿੱਚ ਹੀ। ਦੱਸਿਆ ਗਿਆ ਕਿ ਮੀਡੀਆ ਰਿਪੋਰਟਸ ਆਉਂਦੀਆਂ ਕਿ 700 ਦੇ ਕਰੀਬ ਜਿਹੜਾ ਇਹ ਹੀਟ ਸਟ੍ਰੋਕ ਆ ਉਹ 20 ਸਾਲਾਂ ਦੇ ਸਮੇਂ ਦੇ ਵਿੱਚ ਪਿਛਲੇ
ਲੰਬੇ ਸਮੇਂ ਦੇ ਵਿੱਚ ਹੋਇਆ ਔਰ ਜਿਹਦੇ ਵਿੱਚ ਬੱਚੇ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਕਾਰ ਦੇ ਵਿੱਚ ਭੁੱਲ ਗਏ। ਵੱਡੀ ਖਬਰ ਹਿਊਸਟਨ ਤੋਂ ਆਈ ਆ, ਅੱਤ ਦੀ ਦੁੱਖ ਦੇਣ ਵਾਲੀ ਖਬਰ ਹਿਊਸਟਨ ਤੋਂ ਆਈ ਆ, ਜਿੱਥੇ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ। ਉੱਥੇ ਤੁਹਾਨੂੰ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਕਾਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਨਾ ਭੁੱਲੋ। ਇਹ ਦੇਖਣ ਨੂੰ ਖਬਰ ਬਹੁਤ ਅਜੀਬ ਲੱਗਦੀ ਹੈ ਕਿ ਇਸ ਤਰ੍ਹਾਂ ਵੀ ਕਿੱਦਾਂ ਹੋ ਸਕਦਾ ਕਿ ਕੋਈ ਮਾਪਾ ਆਪਣੇ ਬੱਚਿਆਂ ਨੂੰ ਕਾਰ ਦੇ ਵਿੱਚ ਭੁੱਲ ਜਾਂਦਾ, ਪਰ ਲੋਕ ਕੰਮਾਂ ਕਾਰਾਂ ਦੇ ਵਿੱਚ ਇੰਨੇ ਉਲਝੇ ਆ ਕਿ ਉਹ ਇਸ ਕੰਮ ਕਾਰ ਦੇ ਵਿੱਚ ਭੁੱਲ ਜਾਂਦੇ ਆ। ਕੱਲ੍ਹ ਜਿਹੜੀ ਖਬਰ ਆਈ ਆ, ਉਹ 5 ਸਾਲ ਦਾ ਇੱਕ ਬੱਚੇ ਦੀ ਮੌਤ ਹੋ ਗਈ ਆ। ਉਹਦੀ ਮਾਂ ਉਹਨੂੰ ਕਾਰ ਦੇ ਵਿੱਚ ਛੱਡ ਕੇ ਆਪ ਘਰ ਦੇ ਅੰਦਰ ਚਲੇ ਗਈ। ਅਮਰੀਕਾ ਦੇ ਵਿੱਚ ਹਿਊਸਟਨ ਦੇ ਵਿੱਚ ਅੰਦਰ ਜਾ ਕੇ ਉਹ ਆਪਣੀ ਬੇਟੀ ਦੇ ਬਰਥਡੇ ਦੀ ਤਿਆਰੀ ਕਰਨ ਲੱਗ ਪਈ। ਉਹਦੀ ਬੇਟੀ ਤੇ ਉਹਦਾ ਬੇਟਾ ਤੇ ਉਹ ਤਿੰਨੋਂ ਜਣੇ ਕਾਰ ਦੇ ਵਿੱਚ ਸੀ। ਉਹਦੀ ਬੇਟੀ ਤੇ ਉਹ ਕਾਰ ਦੇ ਵਿੱਚੋਂ ਨਿਕਲ ਕੇ ਅੰਦਰ ਘਰ ਦੇ ਵਿੱਚ ਚਲੇ ਗਏ, ਤਿਆਰੀ ਕਰਨ ਲੱਗ ਪਏ। ਉਹ 5 ਸਾਲ ਦਾ ਬੱਚਾ ਕਾਰ ਦੇ ਵਿੱਚ ਰਹਿ ਗਿਆ। ਥੋੜ੍ਹੇ ਚਿਰ ਬਾਅਦ ਉਹਨੂੰ ਯਾਦ ਆਉਂਦਾ ਆ ਉਹਨੂੰ ਤੇ ਉਹਦੀ 8 ਸਾਲ ਦੀ ਉਸ ਬੱਚੀ ਨੂੰ ਕਿ ਅਸੀਂ ਬੱਚੇ ਨੂੰ ਕਾਰ ਦੇ ਵਿੱਚ ਛੱਡ ਆਏ ਹਾਂ। ਜਦੋਂ ਬਾਹਰ ਆ ਕੇ ਦੇਖਦੇ ਆ 2-3 ਘੰਟੇ ਦੇ ਬਾਅਦ ਤਾਂ ਗਰਮੀ ਦੇ ਨਾਲ ਸਾਹ ਘੁੱਟ ਕੇ ਉਸ ਬੱਚੇ ਦੀ ਮੌਤ ਹੋ ਚੁੱਕੀ ਆ। ਉਹ ਬਾਹਰ ਹੀ ਨਹੀਂ ਆ ਸਕਿਆ, ਉਹਨੂੰ ਪਤਾ ਹੀ ਨਹੀਂ ਲੱਗ ਸਕਿਆ ਕਿ ਕੀ ਕਰਨਾ। ਔਰ ਇਹ ਘਟਨਾ ਜਿਹੜੀ ਹਿਊਸਟਨ ਦੇ ਵਿੱਚ ਕੱਲ੍ਹ ਵਾਪਰੀ ਆ, ਇੱਕ ਘੱਟੋ ਘੱਟ ਘਟਨਾ ਨਹੀਂ ਹੈ, ਇੱਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਅਕਸਰ ਵਾਪਰ ਰਹੀਆਂ। ਫਸਟ ਰਿਸਪੋਂਡੈਂਟ ਜਦੋਂ ਉੱਥੇ ਪਹੁੰਚਿਆ ਉਹਨਾਂ ਨੇ ਦੱਸ ਦਿੱਤਾ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ। ਹੁਣ ਇਹ ਨਹੀਂ ਪਤਾ ਕਿ ਉਸ ਮਾਂ ਦੇ ਉੱਤੇ ਚਾਰਜ ਲੱਗੇ ਆ ਜਾਂ ਨਹੀਂ ਲੱਗੇ। ਹਿਊਸਟਨ ਦੇ ਵਿੱਚ ਟੈਂਪਰੇਚਰ ਸੋਮਵਾਰ ਨੂੰ ਜਿਹੜਾ ਹੌਬੀ ਏਅਰਪੋਰਟ ਦੀ ਰਿਪੋਰਟ ਦੱਸਦੀ ਹੈ ਕਿ 101 ਡਿਗਰੀ ਦੇ ਉੱਤੇ ਪਹੁੰਚ ਚੁੱਕਾ ਸੀ। ਹੁਣ ਇੰਨੀ ਵੱਧ ਗਰਮੀ ਦੇ ਵਿੱਚ ਬੱਚਾ ਕਿਸ ਤਰ੍ਹਾਂ ਰਹਿੰਦਾ ਆ, ਜਿਹੜਾ ਉਸ ਬੱਚੇ ਨੂੰ ਇਹ ਵੀ ਨਹੀਂ ਪਤਾ ਕਿ ਆਪਣੇ ਆਪ ਨੂੰ ਅਨਬਕਲ ਕਿੱਦਾਂ ਕਰਨਾ ਹੈ। ਉਹਨੂੰ ਇਨਵੈਸਟੀਗੇਸ਼ਨ ਇਹ ਦੱਸ ਰਹੀਆਂ ਕਿ ਸ਼ਾਇਦ ਉਹ ਜਿਹੜਾ ਵਹੀਕਲ ਸੀਗਾ ਉਹ ਉਹਦੇ ਨਾਲ ਫੈਮੀਲੀਅਰ ਵੀ ਨਹੀਂ ਸੀ, ਕਿਉਂਕਿ ਉਹ ਰੈਂਟਲ ਕਾਰ ਸੀਗੀ। ਸੋ ਇਹ ਘਟਨਾ ਆਪਣੇ ਆਪ ਦੇ ਵਿੱਚ ਜਿਹੜੀ ਵਾਪਰੀ ਆ। ਔਨ ਐਨ ਐਵਰੇਜ 38 ਬੱਚੇ ਜਿਨ੍ਹਾਂ ਦੀ ਉਮਰ 15 ਸਾਲ ਤੋਂ ਘੱਟ ਹੁੰਦੀ ਆ, ਕਾਰ ਦੇ ਵਿੱਚ ਮਾਪੇ ਹਰ ਸਾਲ ਭੁੱਲ ਜਾਂਦੇ ਆ। ਨੈਸ਼ਨਲ ਸੇਫਟੀ ਕੌਂਸਲ ਦਾ ਡਾਟਾ ਦੱਸਦਾ ਆ ਤੇ ਉਹਨਾਂ ਦੀ ਕਾਰ ਦੇ ਵਿੱਚ ਮੌਤ ਹੋ ਜਾਂਦੀ ਆ। 38 ਬੱਚਿਆਂ ਦੀ 1 ਸਾਲ ਦੇ ਵਿੱਚ ਮੌਤ। ਅਮਰੀਕਾ ਦੀ ਪੋਪੂਲੇਸ਼ਨ ਬਹੁਤ ਜ਼ਿਆਦਾ ਆ, ਗਿਣਤੀ ਬਹੁਤ ਥੋੜ੍ਹੀ ਆ, ਪਰ ਮੌਤ ਇੱਕ ਵੀ ਹੋਈ ਬਹੁਤ ਮਾੜੀ ਆ। ਤੇ ਉਹ ਵੀ ਇੰਨੀ ਜ਼ਿਆਦਾ ਭਿਆਨਕ ਹਾਲਤ ਦੇ ਵਿੱਚ ਕਿ ਮਾਪੇ ਬੱਚੇ ਨੂੰ ਕਾਰ ਦੇ ਵਿੱਚ ਭੁੱਲ ਜਾਣ। ਕੈਨੇਡਾ ਦੇ ਵਿੱਚ ਵੀ ਲਗਭਗ ਇਸ ਤਰ੍ਹਾਂ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਆ, ਹੁੰਦੀਆਂ ਵੀ ਆ, ਜਿਹੜੀਆਂ ਨੂੰ ਪੈਡੈਟ੍ਰਿਕ ਹੌਟ ਕਾਰ ਡੈਥ ਕਿਹਾ ਜਾਂਦਾ ਆ ਕਿ ਕੇਅਰ ਗਿਵਰ ਕਿਸੇ ਤਰੀਕੇ ਦੇ ਨਾਲ ਉਸ ਬੱਚੇ ਨੂੰ ਉੱਥੇ ਭੁੱਲ ਗਿਆ। ਬਰਨਬੀ ਦੇ ਵਿੱਚ ਵੀ ਪਿੱਛੇ ਜੇ ਇੱਕ ਵਾਰੀ ਇਹ ਘਟਨਾ ਵਾਪਰੀ ਸੀ। ਕੈਨੇਡਾ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਵਾਪਰੀਆਂ, ਜਿੱਥੇ ਇਹ ਘਟਨਾ ਦਿਲ ਦਹਿਲਾ ਦੇਣ ਵਾਲੀ ਆ। ਅਮਰੀਕਾ ਦੇ ਹਿਊਸਟਨ ਸ਼ਹਿਰ ਦੀ, ਉੱਥੇ ਇਹ ਇੱਕ ਸਾਨੂੰ ਰਿਮਾਈਂਡਰ ਵੀ ਆ ਕਿ ਇਸ ਪਾਸੇ ਥੋੜ੍ਹਾ ਜਿਹਾ ਧਿਆਨ ਦਿੱਤਾ ਜਾਵੇ। ਇੱਦਾਂ ਦੀ ਭਿਆਨਕ, ਇੱਦਾਂ ਦੀ ਜਿਹੜੀ ਕਦੇ ਵੀ ਨਾ ਮਾਫ਼ ਕਰਨ ਵਾਲੀ ਗਲਤੀ ਨਾ ਕੀਤੀ ਜਾਵੇ। ਅਗਲੀ ਖਬਰ ਬ੍ਰਿਟਨ ਤੋਂ ਆ ਰਹੀ ਹੈ। ਬ੍ਰਿਟਨ ਦੇ ਵਿੱਚ 30 ਸਾਲਾਂ ਦੀ ਸਭ ਤੋਂ ਵੱਡੀ ਦੇਸ਼ ਵਿਆਪੀ ਰੇਲ ਹੜਤਾਲ ਦੇ ਕਾਰਨ ਹਜ਼ਾਰਾਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕਰਮਚਾਰੀ ਜਿਹੜੇ ਉਹਨਾਂ ਦੀ ਆਰਗੇਨਾਈਜੇਸ਼ਨ ਨੇ, ਯੂਨੀਅਨਸ ਨੇ, ਰੇਲ ਕੰਪਨੀਆਂ ਦੇ ਨਾਲ ਜਿਹੜੀ ਤਨਖਾਹ ਵਧਾਉਣ ਦੇ ਲਈ, ਨੌਕਰੀ ਨੂੰ ਹੋਰ ਸੁਰੱਖਿਅਤ ਬਣਾਉਣ ਦੇ ਲਈ ਕੋਈ ਸਹਿਮਤੀ ਨਹੀਂ ਬਣ ਰਹੀ ਔਰ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹੜਤਾਲ ਆ। ਇਹ ਹੜਤਾਲ ਬ੍ਰਿਟਨ ਦੇ ਵਿੱਚ ਹੋ ਰਹੀ ਹੈ, ਪਰ ਇਹਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ, ਕਿਉਂਕਿ ਪਹਿਲਾਂ ਇੰਨੀ ਵੱਡੀ ਹੜਤਾਲ ਕਦੇ ਹੋਈ ਨਹੀਂ। ਅੱਜ ਜਦੋਂ ਉਹ ਜ਼ਮਾਨਾ ਕਿਹਾ ਜਾ ਰਿਹਾ ਕਿ ਇਸ ਵੇਲੇ ਹੜਤਾਲਾਂ ਦਾ, ਸਟ੍ਰਾਈਕਾਂ ਦਾ ਜ਼ਮਾਨਾ ਜਾ ਚੁੱਕਿਆ, ਉਹ ਜ਼ਮਾਨੇ ਚਲੇ ਗਏ ਆ। ਅੱਜ ਦਾ ਮਾਡਰਨ ਜ਼ਮਾਨਾ ਹੈ। ਕਿਸੇ ਨੂੰ ਕਿਤੇ ਕੰਮ ਮਿਲਦਾ, ਉਹਦੀਆਂ ਸ਼ਰਤਾਂ ਪਸੰਦ ਨੇ, ਇੰਪਲੋਇਰ ਦੀਆਂ ਕਰੇ, ਨਹੀਂ ਸ਼ਰਤਾਂ ਪਸੰਦ ਤਾਂ ਉਹ ਨਾ ਕਰੇ। ਪਰ ਫਿਰ ਵੀ 40,000 ਕਰਮਚਾਰੀਆਂ ਨੇ ਮੰਗਲਵਾਰ ਨੂੰ, ਜਾਣੀ ਅੱਜ, ਜਿਹੜੀਆਂ ਇਹਨਾਂ ਸਰਵਿਸ ਤੋਂ ਵਾਕਆਊਟ ਕਰਨ ਦਾ ਫੈਸਲਾ ਕੀਤਾ ਹੈ। ਹੜਤਾਲ ਦੀ ਵਜ੍ਹਾ ਰੋਜ਼ਾਨਾ ਚੱਲਣ ਵਾਲੀਆਂ ਲਗਭਗ 20,000 ਟ੍ਰੇਨਾਂ ਦੇ ਵਿੱਚੋਂ ਸਿਰਫ 4500 ਟ੍ਰੇਨਾਂ ਹੀ ਚੱਲ ਸਕੀਆਂ। ਬ੍ਰਿਟਨ ਦੇ ਵਿੱਚ, ਲੰਡਨ ਦੇ ਵਿੱਚ ਖਾਸ ਕਰ, ਟ੍ਰੇਨਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਦੀ ਇੱਕ ਬਹੁਤ ਵੱਡੀ ਗਿਣਤੀ ਆ। ਉਹਦੇ ਤੋਂ ਬਿਨਾਂ ਉੱਥੇ ਕੰਮ ਚੱਲਦਾ ਨਹੀਂ। ਕਈ ਰੇਲ ਕੰਪਨੀਆਂ ਨੇ ਕਰਮਚਾਰੀ ਨੂੰ ਹੜਤਾਲ ਦੇ ਉੱਤੇ ਨਹੀਂ ਵੀ ਗਏ, ਲੇਕਿਨ ਨੈਟਵਰਕ ਰੇਲ ਸਿਗਨਲਸ ਦੇ ਬਾਹਰ ਜਾਣ ਦੀ ਵਜ੍ਹਾ ਕਾਰਨ ਟ੍ਰੇਨਾਂ ਦੀ ਆਵਾਜਾਈ ਲਗਭਗ ਬੰਦ ਆ, ਜਾਂ ਜਿੱਥੇ ਕਿਤੇ ਚੱਲ ਰਹੀ ਆ ਉਹਦੇ ਵਿੱਚ ਵੱਡੀ ਦਿੱਕਤ ਆ ਰਹੀ ਆ। ਬ੍ਰਿਟਨ ਦੇ ਵਿੱਚ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪੂਰੇ ਦਿਨ ਕਈ ਪੈਸੇਂਜਰ ਟ੍ਰੇਨਾਂ ਨਹੀਂ ਚੱਲੀਆਂ। ਇਸ ਵਜ੍ਹਾ ਕਰਕੇ ਸਕਾਟਲੈਂਡ, ਵੇਲਸ, ਕਾਰਨੀਵਾਲ, ਲਿੰਕਨ, ਇਹਨਾਂ ਥਾਵਾਂ ਦੇ ਉੱਤੇ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਰਾਹਤ ਭਰੀ ਖਬਰ ਇਹ ਰਹੀ ਕਿ ਜਿਹੜੇ ਮੁੱਖ ਸਟੇਸ਼ਨ ਸਰਵਿਸ ਸੀਗੇ ਉਹਨਾਂ ਦੇ ਉੱਤੇ ਕੁਝ ਥਾਵਾਂ ਦੇ ਉੱਤੇ ਸਰਵਿਸ ਜਾਰੀ ਰਹੀ, ਲੇਕਿਨ ਉਹ ਵੀ ਸਵੇਰੇ 7:30 ਤੋਂ ਲੈ ਕੇ ਸ਼ਾਮ 6:30 ਵਜੇ ਦੇ ਵਿਚਕਾਰ ਹੀ ਖੁੱਲ੍ਹੀ। ਦੂਜੇ ਪਾਸੇ ਬੁੱਧਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ ਵੀ ਰੇਲ ਟਰਾਂਸਪੋਰਟ ਦੇ ਵਿੱਚ ਦਿੱਕਤ ਆ ਸਕਦੀ ਹੈ। ਇਸ ਗੱਲ ਦੀ ਆਸ਼ੰਕਾ ਜ਼ਾਹਰ ਕੀਤੀ ਜਾ ਰਹੀ ਆ। ਲੰਡਨ ਦੇ ਮੈਟਰੋ ਕਰਮਚਾਰੀ ਅੱਜ 24 ਘੰਟੇ ਹੜਤਾਲ ਦੇ ਉੱਤੇ ਆ। ਇਸ ਵਜ੍ਹਾ ਕਰਕੇ ਰਾਜਧਾਨੀ ਦੇ ਵਿੱਚ ਮੈਟਰੋ ਟਰਾਂਸਪੋਰਟ ਸਿਗਨਲ ਠੱਪ ਹੋ ਗਿਆ। ਸੋਮਵਾਰ ਨੂੰ ਇਹ ਗੱਲਬਾਤ ਪੂਰੀ ਦੀ ਪੂਰੀ ਨਾਕਾਮ ਹੋ ਗਈ ਸੀ, ਫੇਲ ਹੋ ਗਈ ਸੀ। ਇਸ ਕਰਕੇ ਦੋਨਾਂ ਪੱਖ ਇੱਕ ਦੂਸਰੇ ਨੂੰ ਜ਼ਿੰਮੇਵਾਰ ਦੱਸ ਰਹੇ ਆ।
ਜਿਹੜਾ ਇੰਪਲਾਇਰ ਆ ਉਹ ਕਹਿ ਰਿਹਾ ਕਿ ਅਸੀਂ ਮੰਗਾਂ ਮੰਨ ਰਹੇ ਹਾਂ, ਅਸੀਂ ਗੱਲ ਮੰਨਣ ਨੂੰ ਤਿਆਰ ਹਾਂ, ਪਰ ਇਹ ਕਰਮਚਾਰੀ ਨਹੀਂ ਮੰਨ ਰਹੇ। ਕਰਮਚਾਰੀ ਕਹਿ ਰਹੇ ਆ ਕਿ ਸਾਡੇ ਕੋਲੇ ਨਾ ਸਾਡੀ ਤਨਖਾਹ ਵਧ ਰਹੀ ਹੈ ਤੇ ਨਾ ਸਾਨੂੰ ਹੋਰ ਸਹੂਲਤਾਂ ਦਿੱਤੀਆਂ ਜਾਣੀਆਂ। ਇਸ ਮਾਮਲੇ ਦੇ ਵਿੱਚ ਸਰਕਾਰ ਇਸ ਮਾਮਲੇ ਵਿੱਚ ਦਖਲ ਨਹੀਂ ਦੇ ਰਹੀ। ਸਰਕਾਰ ਨੇ ਕਹਿ ਦਿੱਤਾ ਕਿ ਤੁਹਾਡਾ ਆਪਸ ਦਾ ਮਾਮਲਾ ਹੈ, ਅਸੀਂ ਇਹਦੇ ਵਿੱਚ ਦਖਲ ਨਹੀਂ ਦੇ ਸਕਦੇ, ਕਿਉਂਕਿ ਕਰੋਨਾ ਮਹਾਮਾਰੀ ਸੀਗੀ, ਉਸ ਵਿੱਚ ਬ੍ਰਿਟਨ ਦੀ ਅਰਥ ਵਿਵਸਥਾ ਹਜੇ ਤੱਕ ਸਹੀ ਟਰੈਕ ਦੇ ਉੱਤੇ ਨਹੀਂ ਆਈ। ਪੂਰੀ ਦੁਨੀਆ ਦੀ ਜਿਹੜੀ ਇਕੋਨਮੀ ਅਜੇ ਤੱਕ ਟਰੈਕ ਦੇ ਉੱਤੇ ਨਹੀਂ ਆਈ। ਬ੍ਰਿਟਨ ਦੀ ਜਿਹੜੀ ਇਕੋਨਮੀ ਆ ਉਹਦੇ ਉੱਤੇ ਵੀ ਇਹਦਾ ਵੱਡਾ ਅਸਰ ਪਿਆ। ਇਹਨਾਂ ਸਾਲਾਂ ਵਿੱਚ ਜਿੰਨੀ ਵੱਡੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ, ਮਹਿੰਗਾਈ ਦਰ 10% ਦੇ ਉੱਤੇ ਪਹੁੰਚ ਗਈ, ਜਦੋਂ ਕਿ ਔਸਤ ਮਜ਼ਦੂਰੀ ਦਰ ਹਾਲੇ ਤੱਕ 206 ਦੇ ਆਸ-ਪਾਸ ਹੀ ਬਣੀ ਹੈ। ਮਤਲਬ ਜਿੰਨੇ 206 ਦੇ ਵਿੱਚ ਇੱਕ ਕਰਮਚਾਰੀ ਨੂੰ ਮਿਲਦੇ ਸੀ ਉਨੇ ਕੀ ਹੁਣ ਮਿਲਦੇ ਆ, ਤੇ ਉਹ 2006 ਤੋਂ ਲੈ ਕੇ ਹੁਣ ਤੱਕ ਦਾ ਫਰਕ ਪੂਰਾ ਨਹੀਂ ਹੋ ਰਿਹਾ, ਤੇ ਸਿੱਧੀਆਂ ਸਿੱਧੀਆਂ ਇਹ ਲੋਕ ਹੁਣ ਸਟ੍ਰਾਈਕ ਦੇ ਉੱਤੇ ਆ। ਬ੍ਰਿਟਨ ਦੀ ਬਿਗੇਸਟ ਰੇਲ ਸਟ੍ਰਾਈਕ ਇਨ ਲਾਸਟ 30 ਈਅਰਸ ਅੱਜ ਮੰਗਲਵਾਰ ਨੂੰ ਸ਼ੁਰੂ ਹੋ ਚੁੱਕੀ ਆ। ਕਈ ਹਜ਼ਾਰਾਂ ਜਿਹੜੇ ਕਰਮਚਾਰੀ ਆ ਇਹਦੇ ਵਿੱਚ ਸ਼ਾਮਲ ਆ। ਕਈ ਹਜ਼ਾਰਾਂ ਲੋਕਾਂ ਨੂੰ ਇਸ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਲੋਕ ਇਸ ਗੱਲ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ। ਇੱਕ ਖਬਰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੈਰੀਜ਼ ਦੀ ਲਗਾਤਾਰ ਗੱਲਬਾਤ ਚੱਲਦੀ ਰਹੀ ਆ। ਕਦੇ ਇਹ ਫੈਰੀਜ਼ ਕੈਂਸਲ ਹੋ ਜਾਂਦੀਆਂ, ਕਦੇ ਕੁਛ ਹੋ ਜਾਂਦਾ, ਕਦੇ ਕੈਂਸਲ ਹੋ ਕੇ ਫੇਰ ਰੀਸਟੋਰ ਕਰ ਦਿੱਤੀਆਂ ਜਾਂਦੀਆਂ। ਲੋਕ ਫੇਰ ਕਨਫਿਊਜ਼ ਹੋ ਜਾਂਦੇ ਆ। ਅੱਜ ਖਬਰ ਇਹ ਆ ਰਹੀ ਆ ਕਿ ਜਿਹੜੀ ਵਾਰਨਿੰਗ ਦਿੱਤੀ ਜਾ ਰਹੀ ਹੈ ਪੈਸੰਜਰਸ ਨੂੰ ਕਿ ਬਹੁਤ ਸਾਰੀਆਂ ਨਵੀਆਂ ਕੈਂਸਲੇਸ਼ਨ ਬਿਜ਼ੀ ਰੂਟਸ ਦੇ ਉੱਤੇ ਹੋ ਸਕਦੀਆਂ। ਮਸਲਾ ਇੱਕੋ ਇੱਕ ਬਹੁਤ ਪੁਰਾਣਾ ਚੱਲ ਰਿਹਾ, ਸਟਾਫਿੰਗ ਦਾ ਇਸ਼ੂ। ਕਰਮਚਾਰੀ ਨਹੀਂ ਮਿਲ ਰਹੇ। ਹਰ ਫੈਰੀ ਨੂੰ ਚਲਾਉਣ ਦੇ ਲਈ ਇੱਕ ਘੱਟੋ ਘੱਟ ਰਿਕੁਆਇਰਮੈਂਟ ਆ ਕਿ ਇੰਨੇ ਟ੍ਰੇਨਡ ਬੰਦੇ ਜਿਹੜੇ ਕਿ ਉਸ ਕੰਮਕਾਰ ਦੇ ਟ੍ਰੇਨਡ ਹੋਣ, ਉਹ ਉਨੇ ਜ਼ਰੂਰੀ ਆ, ਉਹਦੇ ਤੋਂ ਬਿਨਾਂ ਫੈਰੀ ਚੱਲ ਨਹੀਂ ਸਕਦੀ। ਉਹ ਬੰਦਿਆਂ ਦੀ ਘਾਟ ਆ। ਬਹੁਤੇ ਲੋਕ ਇਸ ਫੀਲਡ ਦੇ ਵਿੱਚ ਅੱਗੇ ਪੜ੍ਹਾਈ ਨਹੀਂ ਕਰ ਰਹੇ, ਇਸ ਪਾਸੇ ਆ ਨਹੀਂ ਰਹੇ। ਸਟਾਫਿੰਗ ਦਾ ਵੱਡਾ ਇਸ਼ੂ ਇਸ ਵੇਲੇ BC ਫੈਰੀਜ਼ ਨੂੰ ਆ ਰਿਹਾ। ਦਰਜਨ ਤੋਂ ਜ਼ਿਆਦਾ ਜਿਹੜੀਆਂ ਸੇਲਿੰਗਸ ਨੇ ਪਿਛਲੇ 9 ਦਿਨਾਂ ਦੇ ਵਿੱਚ ਕੈਂਸਲ ਕਰਨੀਆਂ ਪਈਆਂ ਟਵਾਸਨ ਤੇ ਸਵਾਰਟਸ ਬੇ ਦੇ ਵਿਚਕਾਰ। BC ਫੈਰੀਜ਼ ਦੇ ਸਟਾਫਿੰਗ ਜਿਹੜਾ ਬਹੁਤ ਜ਼ਿਆਦਾ ਜਿਹੜਾ ਵਰਸ ਹੋਇਆ ਆ, ਜਦੋਂ ਪਿਛਲੇ ਸਮੇਂ ਦੇ ਵਿੱਚ ਜਿਹੜੀ ਟਰੈਵਲਿੰਗ ਸੀਗੀ ਉਹ ਸਾਰੀ ਦੀ ਸਾਰੀ ਦੇ ਉੱਤੇ ਵੱਡਾ ਅਸਰ ਪਿਆ ਆ। ਲੋਕ ਕਨਫਿਊਜ਼ ਵੀ ਰਹੇ ਆ ਜਦੋਂ ਕੈਂਸਲੇਸ਼ਨਸ ਨੂੰ ਕੈਂਸਲ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ। ਅੱਜ ਜਿਹੜੀ ਜਾਣਕਾਰੀ ਇਹ ਆ ਰਹੀ ਆ ਕਿ BC ਫੈਰੀਜ਼ ਕੈਂਸਲੇਸ਼ਨ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਤੁਸੀਂ ਇੱਥੇ BC ਫੈਰੀਜ਼ ਦੇ ਉੱਤੇ ਕਿਤੇ ਨੂੰ ਜਾ ਰਹੇ ਆ। ਬੁੱਧਵਾਰ ਨੂੰ ਜੇ ਤੁਸੀਂ ਜਾਣੀ ਕਿ 22 ਜੂਨ ਨੂੰ ਕੱਲ੍ਹ ਨੂੰ 4 ਵਜੇ ਸ਼ਾਮ ਨੂੰ ਜਿਹੜੀ ਡਿਪਾਰਟ ਹੋਣੀ ਆ ਟਵਾਸਨ ਤੋਂ 6 ਵਜੇ ਸਵਾਰਟਸ ਬੇ ਤੋਂ। ਇਸੇ ਤਰ੍ਹਾਂ ਵੀਰਵਾਰ 23 ਤਰੀਕ ਸੈਟਰਡੇ ਨੂੰ, ਇਹ ਜਿਹੜੀ ਵੀਰਵਾਰ ਨੂੰ 23 ਤਰੀਕ ਨੂੰ ਤੋਂ ਲੈ ਕੇ ਸੈਟਰਡੇ 25 ਤਰੀਕ ਤੱਕ 6 ਵਜੇ ਸਵੇਰੇ ਡਿਪਾਰਟਿੰਗ ਟਵਾਸਨ ਤੋਂ, 8 ਵਜੇ ਜਿਹੜੀ ਡਿਪਾਰਟ ਕਰਨੀ ਆ ਸਵਾਰਟਸ ਬੇ ਤੋਂ, 6 ਵਜੇ ਸ਼ਾਮ ਨੂੰ ਚੱਲਣੀ ਆ ਟਵਾਸਨ ਤੋਂ, ਤੇ 8 ਵਜੇ ਜਿਹੜੀ ਆ ਡਿਪਾਰਟ ਕਰਨੀ ਆ ਸਵਾਰਟਸ ਬੇ ਤੋਂ। ਇਸੇ ਤਰ੍ਹਾਂ ਐਤਵਾਰ ਨੂੰ 26 ਜੂਨ ਨੂੰ 8 ਵਜੇ ਸਵੇਰੇ ਟਵਾਸਨ ਤੋਂ ਡਿਪਾਰਟ ਕਰਨੀ ਆ, 10 ਵਜੇ ਜਿਹੜੀ ਆ ਸਵਾਰਟਸ ਬੇ, 8 ਵਜੇ ਸ਼ਾਮ ਨੂੰ ਡਿਪਾਰਟ ਟਵਾਸਨ, ਤੇ ਇਸੇ ਤਰ੍ਹਾਂ 10 ਵਜੇ ਸਵਾਰਟਸ ਬੇ। ਇਸੇ ਤਰ੍ਹਾਂ ਸੋਮਵਾਰ ਨੂੰ ਬਹੁਤ ਸਾਰੀ ਲਿਸਟ ਨੇ, ਉਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਚੈੱਕ ਕੀਤਾ ਜਾ ਸਕਦਾ। ਘੱਟੋ ਘੱਟ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਤੁਸੀਂ ਉੱਧਰਲੇ ਪਾਸੇ ਕਿਤੇ ਸਫ਼ਰ ਕਰ ਰਹੇ ਹੋ ਤਾਂ ਤੁਹਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ। ਉਹ ਕਹਿੰਦੇ ਸਾਨੂੰ ਇੱਕ ਸਪੈਸੀਫਿਕ ਨੰਬਰ ਆਫ ਕਰੂ ਚਾਹੀਦਾ ਬੋਰਡ ਦੇ ਉੱਤੇ, ਵੈਸਲ ਦੇ ਉੱਤੇ, ਤਾਂ ਕਿ ਪੈਸੰਜਰ ਦੀ ਸੇਫਟੀ ਨੂੰ ਇਨਸ਼ੋਰ ਕੀਤਾ ਜਾ ਸਕੇ। ਤੇ ਜਿਹੜਾ ਫਿਰ ਉਹ ਟਰਾਂਸਪੋਰਟ ਕੈਨੇਡਾ ਦੇ ਨਾਲ ਉਹਨਾਂ ਨੂੰ ਗੱਲਬਾਤ ਕਰਨੀ ਪੈਂਦੀ ਆ, ਤੇ ਜਿਹੜੇ ਕਸਟਮਰ ਸਰਵਿਸ ਸੈਂਟਰ ਆ ਉਹ ਕਸਟਮਰ ਦੇ ਨਾਲ ਕੰਟੈਕਟ ਕਰ ਰਹੇ ਆ ਬੁਕਿੰਗ ਤੇ ਕੈਂਸਲ ਜਿਹੜੀਆਂ ਸੇਲਿੰਗਸ ਆ ਉਹਦੇ ਮਾਮਲੇ ਦੇ ਵਿੱਚ, ਤਾਂ ਕਿ ਉਹਨਾਂ ਨੂੰ ਦੱਸਿਆ ਜਾਵੇ ਜਾਂ ਅਲਟਰਨੇਟਿਵ ਸੇਲਿੰਗ ਕਦੋਂ ਹੋ ਰਹੀ ਆ ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ, ਤੇ ਜਾਂ ਉਹਨਾਂ ਨੂੰ ਦੱਸਿਆ ਜਾਵੇ ਜੇ ਤੁਹਾਡੀ ਸੇਲਿੰਗ ਉਹ ਕੈਂਸਲ ਹੋ ਗਈ ਆ ਤਾਂ ਉਹਦਾ ਫਿਰ ਹੱਲ ਕੀ ਆ। ਸੋਮਵਾਰ ਤੱਕ BC ਫੈਰੀਜ਼ ਦੇ ਇੰਪਲਾਈਜ਼ ਜਿਹੜੇ ਆ ਉਹਨਾਂ ਨੂੰ ਇਮਿਊਨਾਈਜ਼ ਕਰਨਾ ਜ਼ਰੂਰੀ ਨਹੀਂ ਸੀਗਾ। ਓਟਵਾ ਨੇ ਵੈਕਸੀਨ ਮੈਂਡੇਟ ਚੱਕ ਲਿਆ ਸੀ ਫੈਡਰਲ ਵਰਕਰਸ ਦੇ ਉੱਤੋਂ। ਸੋ ਕੱਲ੍ਹ ਜਿਹੜੀਆਂ ਕਿਉਂਕਿ ਮੈਂਡੇਟਰੀ ਵੈਕਸੀਨੇਸ਼ਨ ਪਾਲਿਸੀ ਖਤਮ ਹੋਈ ਆ, ਅਤੇ ਉਹ ਹੁਣ ਇਸ ਪ੍ਰੋਸੈਸ ਦੇ ਵਿੱਚ ਸੀਗੇ ਕਿ 150 ਦੇ ਕਰੀਬ ਜਿਹੜਾ ਇਸ ਵੇਲੇ ਮੁਲਾਜ਼ਮ ਛੁੱਟੀ ਦੇ ਉੱਤੇ ਆ, ਵਿਦਾਊਟ ਪੇ ਛੁੱਟੀ ਦੇ ਉੱਤੇ ਆ, ਉਹ ਦੁਬਾਰਾ ਆ ਸਕਦਾ ਹੈ, ਅਤੇ ਇਹਦੇ ਨਾਲ ਉਹਨਾਂ ਨੂੰ ਫਾਇਦਾ ਹੋਊਗਾ। ਹਜੇ ਤੱਕ ਬਹੁਤ ਸਾਰੇ ਮਾਮਲੇ ਇਹ ਕਲੀਅਰ ਨਹੀਂ ਹੋ ਸਕੇ ਕਿ ਜਿਹੜੇ ਮਰੀਨਰਸ ਨੇ, ਹਾਈਲੀ ਸਕਿਲਡ ਮਰੀਨਰਸ ਨੇ ਇੱਥੇ ਜਾਣ ਵਾਲੇ, ਜਿਵੇਂ ਚੀਫ ਇੰਜੀਨੀਅਰ ਆ, ਜਿਹਨਾਂ ਨੂੰ ਚਾਹੀਦਾ ਹੁੰਦਾ ਫੈਰੀ ਦੇ ਵਿੱਚ ਟਰਾਂਸਪੋਰਟ ਕੈਨੇਡਾ ਦੇ ਰੂਲਸ ਨੂੰ ਜਿਹੜਾ ਫੋਲੋ ਕਰਨ ਦੇ ਲਈ, ਵੀ ਉਹ ਕਿੰਨੇ ਕੁ ਘੱਟ ਆ, ਜਾਂ ਇਹਨਾਂ ਦੇ ਵਿੱਚ ਉਹਨਾਂ ਦੀ ਗਿਣਤੀ ਕਿੰਨੀ ਕੁ ਆ ਜਿਹੜੇ ਵੈਕਸੀਨ ਮੈਂਡੇਟ ਕਰਕੇ ਘਰ ਬਿਨਾਂ ਤਨਖਾਹ ਤੋਂ ਛੁੱਟੀ ਲੈ ਕੇ ਬੈਠੇ ਸੀਗੇ, ਅਤੇ ਉਹ ਕਿੰਨੇ ਕੁ ਵਾਪਸ ਆਉਂਦੇ ਆ। ਸੋ 850 ਇੰਪਲਾਈ ਕਹਿੰਦੇ ਰੀਸੈਂਟ ਰਿਕਰੂਟਮੈਂਟ ਦੇ ਥਰੂ ਪਹਿਲਾਂ ਰੱਖੇ ਜਾ ਚੁੱਕੇ ਆ, ਅਤੇ ਹੁਣ ਲਗਾਤਾਰ ਯਤਨ ਕੀਤੇ ਜਾ ਰਹੇ ਆ ਕਿ ਇਹਨਾਂ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਭਰਤੀ ਕੀਤਾ ਜਾਵੇ। ਦੋਸਤੋ, ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਘਰਾਂ ਦੀ ਮਾਰਕੀਟ ਬਾਰੇ। ਘਰਾਂ ਦੀ ਮਾਰਕੀਟ ਬਾਰੇ ਅਸੀਂ ਅਕਸਰ ਗੱਲਬਾਤ ਕਰਦੇ ਹਾਂ, 10-15 ਦਿਨਾਂ ਬਾਅਦ ਤੁਹਾਡੇ ਨਾਲ ਅਸੀਂ ਲੈ ਕੇ ਆਉਂਦੇ ਹਾਂ ਗੱਲਬਾਤ ਕਿ ਹੁਣ ਇਸ ਵੇਲੇ ਸਥਿਤੀ ਕੀ ਹੈ।
ਅੱਜ ਨੈਬ ਗਰੇਵਾਲ ਜੀ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ। ਗੱਲਬਾਤ ਇਹ ਕਰਨੀ ਆ ਕਿ ਕੰਸਟਰਕਸ਼ਨ ਦੇ ਉੱਤੇ ਕੀ ਅਸਰ ਪੈ ਰਿਹਾ ਜਦੋਂ ਸੇਲ ਘਟੀ ਆ। ਅਸਲ 'ਚ ਹੋਇਆ ਕੀ ਆ, ਇੰਟਰਸਟ ਰੇਟ ਵੱਧ ਗਏ, ਵਿਆਜ ਵੱਧ ਗਿਆ। ਵਿਆਜ ਵਧਣ ਦੇ ਨਾਲ ਘਰਾਂ ਦੀ ਸੇਲ ਘਟ ਗਈ। ਘਰਾਂ ਦੀ ਸੇਲ ਘਟਣ ਦੇ ਨਾਲ ਘਰਾਂ ਦੀਆਂ ਕੀਮਤਾਂ ਥੱਲੇ ਆ ਗਈਆਂ। ਹੁਣ ਇਹ ਜਦੋਂ ਕੀਮਤਾਂ ਥੱਲੇ ਆ ਗਈਆਂ, ਜਿਹੜੇ ਬਿਲਡਰਸ ਇਸ ਵੇਲੇ ਘਰ ਬਣਾ ਰਹੇ ਉਹਨਾਂ ਦੀ ਕੀ ਹਾਲਤ ਆ, ਉਹਨਾਂ ਦੇ ਉੱਤੇ ਕੀ ਅਸਰ ਪੈ ਰਿਹਾ? ਕਿਉਂਕਿ ਜਿਹਨੂੰ ਅਸੀਂ ਰਿਸੈਸ਼ਨ ਕਹਿੰਦੇ ਆ ਉਹਨੇ ਪੁੱਠੇ ਪਾਸੇ ਨੂੰ ਚੱਲਣਾ। ਜੇ ਘਰਾਂ ਦੀ ਸੇਲ ਘਟ ਗਈ, ਘਰ ਥੱਲੇ ਚਲੇ ਗਏ, ਬਿਲਡਿੰਗ ਜਿਹੜੀਆਂ ਬਣ ਰਹੇ ਆ ਨਵੇਂ ਯੂਨਿਟ ਉਹ ਰੁਕ ਜਾਣੇ ਆ, ਜਾਂ ਉਹਨਾਂ ਦੀ ਕਿਉਂਕਿ ਡਿਮਾਂਡ ਹੀ ਨਹੀਂ ਅੱਗੇ, ਜੇ ਉਹ ਰੁਕ ਜਾਂਦੇ ਆ ਤਾਂ ਫਿਰ ਜਿਹੜੇ ਜਿੰਨੇ ਟਰੇਡ ਆ ਉਹਦੇ ਨਾਲ ਘਰਾਂ ਨੂੰ ਬਣਾਉਣ ਦੇ ਨਾਲ ਜੁੜੇ, ਉਹਨਾਂ ਨਾਲ ਜੁੜੇ ਕਾਮਿਆਂ ਦੇ ਉੱਤੇ ਅਸਰ ਪਊਗਾ ਅਤੇ ਫਿਰ ਜਿਹੜਾ ਆ ਪੂਰੇ ਦਾ ਪੂਰਾ ਮਾਰਕੀਟ ਇੱਕ ਤਰੀਕੇ ਨਾਲ ਰੁਕ ਜਾਂਦੀ ਆ। ਅਸੀਂ ਉਹਦੇ ਕੀ ਨੇੜੇ ਆ? ਕੀ ਇਹ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀ ਸਥਿਤੀ ਪੈਦਾ ਹੋ ਜਾਵੇ, ਜਾਂ ਜਿਹੜੇ ਅੰਕੜੇ ਦੱਸਦੇ ਆ ਕਿ ਅਸੀਂ ਉਹਦੇ ਵਿੱਚੋਂ ਬਾਹਰ ਆ, ਅਸੀਂ ਇਹ ਉਸ ਸਥਿਤੀ ਦੇ ਵਿੱਚ ਕਦੇ ਵੀ ਨਹੀਂ ਜਾਵਾਂਗੇ? ਕਿਉਂਕਿ ਜਿਹੜੀ ਕੰਸਟਰਕਸ਼ਨ ਲਗਾਤਾਰ ਚੱਲ ਰਹੀ ਆ, ਇਹ ਕੰਸਟਰਕਸ਼ਨਸ ਦੇ ਲਈ ਵਰਕਰ ਨਹੀਂ ਮਿਲ ਰਿਹਾ। ਘਰਾਂ ਦੀ ਕੰਸਟਰਕਸ਼ਨ ਦੇ ਲਈ ਹਰ ਟਰੇਡ ਦੇ ਵਿੱਚ ਰੋਜ਼ ਉਹ ਐਡ ਪਾ ਰਿਹਾ ਕਿ ਸਾਨੂੰ ਕਾਮੇ ਦਿੱਤੇ ਜਾਣ, ਪਰ ਕਾਮੇ ਅਵੇਲੇਬਲ ਨਹੀਂ ਹੋ ਰਹੇ। ਸੋ ਇਹ ਸਾਰੇ ਮਾਮਲੇ ਨੂੰ ਵਿਚਾਰਨ ਦੇ ਲਈ ਅਸੀਂ ਸਾਈਟ ਦੇ ਉੱਤੇ ਜਾ ਕੇ, ਜਿੱਥੇ ਕਿ ਇਸ ਵੇਲੇ ਕੰਸਟਰਕਸ਼ਨ ਚੱਲ ਰਹੀ ਹੈ, ਨੈਬ ਗਰੇਵਾਲ ਜੀ ਦੇ ਨਾਲ ਖਾਸ ਗੱਲਬਾਤ ਕਰਦੇ। ਦੋਸਤੋ, ਅੱਜ ਅਸੀਂ ਹਾਜ਼ਰ ਹੋਏ ਹਾਂ ਇੱਕ ਖਾਸ ਗੱਲਬਾਤ ਦੇ ਲਈ। ਬ੍ਰਿਟਿਸ਼ ਕੋਲੰਬੀਆ ਦੇ ਜਿਸ ਇਲਾਕੇ ਵਿੱਚ ਅਸੀਂ ਇਸ ਵੇਲੇ ਗੱਲ ਕਰ ਰਹੇ ਹਾਂ, ਸਰੀ ਤੇ ਦੇ ਆਲੇ ਦੁਆਲੇ ਦੇ ਇਲਾਕੇ, ਕੰਸਟਰਕਸ਼ਨ, ਘਰਾਂ ਦੀ ਕੰਸਟਰਕਸ਼ਨ ਇੱਕ ਬਹੁਤ ਵੱਡਾ ਇੱਥੇ ਕੰਮ ਆ। ਬਹੁਤ ਸਾਰੇ ਟਰੇਡ ਉਹਦੇ ਨਾਲ ਜੁੜੇ ਨੇ। ਜਦੋਂ ਦੇ ਇੰਟਰਸਟ ਰੇਟ ਉੱਤੇ ਗਏ ਆ, ਉਹਦਾ ਸਿੱਧਾ ਅਸਰ ਘਰਾਂ ਦੀ ਸੇਲ ਦੇ ਉੱਤੇ ਪਿਆ। ਅਸੀਂ ਰੋਜ਼ ਨਿਊਜ਼ ਦੇਖਦੇ ਹਾਂ ਕਿ ਉਹ ਸੇਲ ਡਾਊਨ ਆਈ ਆ, ਘਰਾਂ ਦੀਆਂ ਕੀਮਤਾਂ ਡਾਊਨ ਆਈਆਂ। ਹੁਣ ਇਹਦਾ ਸੰਬੰਧ ਸਿੱਧਾ ਕੰਸਟਰਕਸ਼ਨ ਦੇ ਨਾਲ ਵੀ ਜੁੜਦਾ। ਅਸੀਂ ਇਸ ਵੇਲੇ ਕੰਸਟਰਕਸ਼ਨ ਸਾਈਟ ਦੇ ਉੱਤੇ ਖੜ੍ਹੇ ਹਾਂ, ਜਿੱਥੇ ਵੱਖਰੇ ਵੱਖਰੇ ਘਰ ਬਣ ਰਹੇ ਆ। ਕੀ ਸਥਿਤੀ ਆ ਇਸ ਵੇਲੇ ਕੰਸਟਰਕਸ਼ਨ ਦੀ? ਇਹ ਕੰਸਟਰਕਸ਼ਨ ਦੇ ਉੱਤੇ ਕੀ ਅਸਰ ਪਿਆ ਇਸ ਇੰਟਰਸਟ ਰੇਟ ਵਧਣ ਦਾ ਜਾਂ ਘਰਾਂ ਦੀ ਸੇਲ ਡਾਊਨ ਹੋਣ ਦਾ? ਨੈਬ ਗਰੇਵਾਲ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਨੈਬ ਜੀ, ਕੰਸਟਰਕਸ਼ਨ ਦੇ ਉੱਤੇ ਕੀ ਅਸਰ ਪੈ ਰਿਹਾ? ਕੋਈ ਸਿੱਧਾ ਅਸਰ ਹੈਗਾ ਇਹਦਾ? ਅਸਰ ਤਾਂ ਹੈਗਾ ਹੀ ਆ ਓਬਵੀਅਸਲੀ ਓਵਰਆਲ ਮਾਰਕੀਟ 'ਤੇ। ਪ੍ਰਾਈਸਾਂ ਇੱਕਦਮ ਕਿੰਨੀਆਂ ਉੱਤੇ ਚਲੇ ਗਈਆਂ। ਚਾਹੇ ਆਪਾਂ ਕੌਂਡੋ ਲੈ ਲਈਏ, ਟਾਊਨ ਹਾਊਸ ਲੈ ਲਈਏ, ਸਿੰਗਲ ਫੈਮਿਲੀ ਰੈਜ਼ੀਡੈਂਸ ਲੈ ਲਈਏ, ਅਤੇ ਇੱਥੇ ਡੁਪਲੈਕਸ ਵੀ ਬਣ ਰਹੇ ਆ ਜਿਹੜੇ ਨੇ। ਹਰੇਕ ਚੀਜ਼ 'ਤੇ ਇਫੈਕਟ ਪਈ ਆ। ਪ੍ਰਾਈਸਾਂ ਆਪਾਂ ਦੇਖਦੇ ਰਹੇ ਹਾਂ ਉੱਤੇ ਨੂੰ ਜਾਈ ਗਈਆਂ। ਹੁਣ ਥੋੜ੍ਹੀ ਬਹੁਤ ਓਬਵੀਅਸਲੀ ਕਰੈਕਸ਼ਨ ਆ ਗਈ। ਓਬਵੀਅਸਲੀ ਇੰਟਰਸਟ ਰੇਟ ਵਧੇ ਨੇ, ਉਸ ਤੋਂ ਬਾਅਦ ਮਲਟੀਪਲ ਅਦਰ ਫੈਕਟਰਸ ਇਨਵੋਲਵ ਨੇ। ਉਸ ਤੋਂ ਬਾਅਦ ਜਿਹੜੇ ਪ੍ਰੋਡਕਟਸ ਆਪਾਂ ਯੂਜ਼ ਕਰਦੇ ਹਾਂ ਕੰਸਟਰਕਸ਼ਨ ਵਿੱਚ, ਇਹ ਵੀ ਕਾਫੀ ਓਵਰ ਦ ਲਾਸਟ ਈਅਰ ਐਟ ਲੀਸਟ ਉੱਤੇ ਜਾਈ ਜਾਂਦੇ। ਐਕਚੁਅਲੀ ਕੋਵਿਡ ਟਾਈਮਸ ਤੋਂ ਬਾਅਦ, ਜਦੋਂ ਕੋਵਿਡ ਸ਼ੁਰੂ ਹੋਇਆ, ਉਸ ਤੋਂ ਬਾਅਦ ਪ੍ਰਾਈਸਿਸ ਹੈਵ ਗੋਨ ਅਪ ਮਲਟੀਪਲ ਟਾਈਮਸ। ਇਹ ਪ੍ਰਾਈਸਿਸ ਕਾਹਦੀਆਂ? ਜਿਹੜੀਆਂ ਮਟੀਰੀਅਲ ਦੀਆਂ? ਜਿਹੜੀਆਂ ਮਟੀਰੀਅਲ ਦੀਆਂ ਨੇ, ਹਾਂਜੀ। ਹੁਣ ਕੀ ਮਟੀਰੀਅਲ ਮਿਲ ਰਿਹਾ? ਕਹਿੰਦੇ ਸੀ ਪਿੱਛੇ ਜੇ ਕੁਝ ਸਮੱਸਿਆ ਆ ਰਹੀ, ਮਿਲ ਵੀ ਨਹੀਂ ਰਿਹਾ। ਮਟੀਰੀਅਲ ਮਿਲ ਰਿਹਾ। ਕੰਕਰੀਟ ਦੀ ਤੇ ਐਕਚੁਅਲੀ ਚੱਲਦੀ ਆ ਸਟ੍ਰਾਈਕ ਇੱਥੇ। 100 ਐਂਡ ਸਮਥਿੰਗ ਪੀਪਲ ਆਈ ਨੋ, ਕੱਲ੍ਹ ਹੀ ਮੈਂ ਖਬਰ ਪੜ੍ਹੀ ਸੀਗੀ, ਜਿਹੜੇ ਹੈਗੇ ਨੇ ਸਟ੍ਰਾਈਕ 'ਤੇ। ਸੋ ਕੰਕਰੀਟ ਦੀ ਬਹੁਤ ਪ੍ਰੋਬਲਮ ਹੈ ਇਸ ਟਾਈਮ 'ਤੇ। ਤੁਸੀਂ ਨਿਊ ਕੰਸਟਰਕਸ਼ਨ 'ਚ ਓਬਵੀਅਸਲੀ ਸਾਰੇ ਕਿਤੇ ਕੰਕਰੀਟ ਚਾਹੀਦੀ ਆਪਾਂ ਨੂੰ। ਪਿੱਛੇ ਦਿਸਦਾ ਰੀਬਾਰ ਪਾਇਆ ਹੋਇਆ, ਦੇ ਰੈਡੀ ਫॉर ਕੰਕਰੀਟ, ਪਰ ਕੰਕਰੀਟ ਦੀ ਹੁਣ ਸਟ੍ਰਾਈਕ ਕਰਕੇ ਕੰਕਰੀਟ ਡਿਲੀਵਰ ਨਹੀਂ ਹੋ ਰਹੀ। ਸੋ ਇੱਕ ਤੇ ਦੈਟਸ ਕਾਜ਼ਿੰਗ ਡਿਲੇ ਇਨ ਦਾ ਪ੍ਰੋਜੈਕਟ ਟਾਈਮਲਾਈਨਸ। ਦੂਜੇ ਪਾਸਿਓਂ ਜੇ ਕੋਈ ਪ੍ਰੋਬਲਮ ਆ ਜਾਂ ਕੋਈ ਬਿਲਡਰ ਆ ਜਿਹਨੇ ਰਿਪੇਅਰ ਕਰਨੀ ਆ, ਉਹਦੇ ਵਿੱਚ ਉਹ ਰਿਪੇਅਰ ਨਹੀਂ ਕਰਾ ਸਕਦਾ। ਹੋਮ ਓਨਰ ਇਜ਼ ਵੇਟਿੰਗ ਫॉर ਰਿਪੇਅਰਸ, ਪਰ ਕੰਕਰੀਟ ਅਵੇਲੇਬਲ ਨਹੀਂ। ਸੋ ਜੇ ਕੋਈ ਰਿਪੇਅਰ ਰਿਲੇਟਡ ਵਰਕ ਆ ਕੰਕਰੀਟ ਦੇ ਰਿਲੇਟਡ, ਉਹ ਹੋ ਨਹੀਂ ਰਿਹਾ। ਤੇ ਇਹ ਜਿਹੜਾ ਬਿਲਡਰ ਆ, ਜਿਹੜਾ ਬਣਾ ਰਿਹਾ, ਇੱਥੇ 50-55 ਯੂਨਿਟ ਬਣ ਰਹੇ ਆ ਜਿੱਥੇ ਆਪਾਂ ਖੜ੍ਹੇ ਆ, ਉਹ ਜਿਹੜੀ ਕੀਮਤ ਤੇ ਸੇਲ ਥੱਲੇ ਗਈ ਆ, ਉਹਨੂੰ ਕੋਈ ਇਸ ਵੇਲੇ ਚਿੰਤਾ ਦੀ ਗੱਲ ਹੈਗੀ? ਚਿੰਤਾ ਦੀ ਗੱਲ ਇੱਦਾਂ ਹੋਊਗੀ, ਓਬਵੀਅਸਲੀ ਇਹਨਾਂ ਨੇ ਤਾਂ ਪ੍ਰਾਪਰਟੀ ਕਾਫੀ ਚਿਰ ਦੀ ਲਈ ਹੋਈ ਆ, ਆਪਾਂ ਗੁੱਡ ਰੇਟ 'ਤੇ ਲਈ ਹੋਈ ਆ। ਫਿਊ ਈਅਰਸ ਬੈਕ ਦੇ ਵੈਂਟ ਥਰੂ ਦਾ ਡਿਵੈਲਪਮੈਂਟ ਪ੍ਰੋਸੈਸ। ਸੋ ਇਹਨਾਂ ਦਾ ਪ੍ਰੋਫਿਟ ਓਬਵੀਅਸਲੀ ਬਿਲਟ ਇਨ ਆ। ਬਟ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਪ੍ਰੋਫਿਟ ਕੈਲਕੂਲੇਟਡ ਸੀਗਾ, ਪ੍ਰਾਈਸਾਂ ਅਪ ਚਲੇ ਗਈਆਂ ਕਾਫੀ ਓਵਰ ਦਾ ਲਾਸਟ ਫਿਊ ਈਅਰਸ, ਵਿਚ ਹੈਲਪ ਆਫਸੈਟ ਜਿਹੜੀ ਪ੍ਰਾਈਸ ਸੀਗੀ ਮਟੀਰੀਅਲ ਦੀ। ਪਰ ਹੁਣ ਉਹ ਪ੍ਰਾਈਸ ਜਿਹੜੀ ਆ, ਸੇਲ ਪ੍ਰਾਈਸ, ਉਹ ਰਿਵਰਟ ਹੋ ਰਹੀ ਆ ਬੈਕਵਰਡਸ, ਉਹ ਥੱਲੇ ਨੂੰ ਫਿਰ ਚਲੇਗੀ। ਥੋੜ੍ਹੀ ਬਹੁਤ ਜਿਹੜੀ ਅਡਜਸਟਮੈਂਟ ਹੋਈ ਆ। ਸੋ ਦੇਰ ਇਜ਼ ਗੋਇੰ ਟੂ ਬੀ ਅ ਲਾਸ ਆਫ ਪ੍ਰੋਫਿਟ ਬਿਲਡਰ ਲਈ। ਤੇ ਜਿਹੜੀ ਪ੍ਰੀ ਸੇਲ ਦੇ ਵਿੱਚ ਕੁਝ ਫਰਕ ਪਿਆ, ਤੁਸੀਂ ਓਬਜ਼ਰਵ ਕਰਦੇ ਹੋ? ਪ੍ਰੀ ਸੇਲਸ, ਹਾਂਜੀ। ਕਪਲ ਡਿਵੈਲਪਰਸ ਨਾਲ ਮੈਂ ਐਕਚੁਅਲੀ ਓਵਰ ਦਾ ਵੀਕਐਂਡ ਹੀ ਗੱਲ ਕਰਦਾ ਸੀਗਾ। ਟਾਊਨ ਹਾਊਸ ਡਿਵੈਲਪਰ ਵਨ ਇਨ ਸਪੈਸੀਫਿਕ, ਜਿੱਥੇ ਯੂਨਿਟਸ ਵਰ ਸੈਲਿੰਗ ਡੇਲੀ। ਹੁਣ ਓਬਵੀਅਸਲੀ ਸਲੋ ਹੋਇਆ ਵਾ ਜਿਹੜੀ ਪ੍ਰੀ ਸੇਲ ਆ। ਪੀਪਲ ਆਰ ਵੇਟਿੰਗ ਟੂ ਸੀ ਕੀ ਹੋ ਰਿਹਾ। ਜੇ ਇੰਟਰਸਟ ਰੇਟ ਹੋਰ ਅੱਪ ਜਾ ਰਹੇ ਆ, ਪ੍ਰਾਈਸਾਂ ਹੋਰ ਡਿੱਗਣਗੀਆਂ। ਪੀਪਲ ਆਰ ਟਾਕਿੰਗ ਆਊਟ ਦੇਅਰ ਮਾਰਕੀਟ 'ਚ, ਆਪਣੇ ਬੰਦੇ ਕਹਿ ਰਹੇ ਵੀ ਰਿਸੈਸ਼ਨ ਨਾ ਆ ਜਾਵੇ। ਰਿਸੈਸ਼ਨ ਆ ਰਿਹਾ, ਇਹ ਵੀ ਕਾਫੀ ਹਾਟ ਟਾਪਿਕ ਆ ਰੀਸੈਂਟਲੀ। ਤੇ ਜਿਹੜੇ ਸਾਰੇ ਟਰੇਡ ਨੇ ਘਰ ਦੀ ਕੰਸਟਰਕਸ਼ਨ ਦੇ ਨਾਲ ਸੰਬੰਧਿਤ ਨੇ, ਇਹਨਾਂ ਦੇ ਉੱਤੇ ਸਿੱਧਾ ਅਸਰ, ਜਿੱਦਾਂ ਤੁਸੀਂ ਰਿਸੈਸ਼ਨ ਦੀ ਗੱਲਬਾਤ ਕਰ ਰਹੇ ਹੋ, ਉਹਨਾਂ ਦੇ ਮਨ ਦੇ ਵਿੱਚ ਕੋਈ ਚਿੰਤਾ ਜਾਂ ਕੀ ਡਿਸਕਸ਼ਨ ਦੇ ਟੌਪਿਕਸ ਨੇ?
ਅਜੇ ਕੰਮ ਤੇ ਕਾਫੀ ਹੈ ਐਜ਼ ਵੀ ਨੋ ਲੋਟਸ ਆਫ ਪੀਪਲ ਆਰ ਸਟਿਲ ਗੋਇੰਗ ਥਰੂ ਦ ਡਿਵੈਲਪਮੈਂਟ ਪ੍ਰੋਸੈਸ। ਕਈ ਹੁਣ ਜਿਹੜੇ ਪ੍ਰੋਜੈਕਟਸ ਆ ਪਹਿਲਾਂ ਆਪਣਾ ਕਾਫੀ ਸਿੰਗਲ ਫੈਮਿਲੀ ਰਿਲੇਟਡ ਹੁੰਦਾ ਸੀ, ਹੁਣ ਪ੍ਰੋਜੈਕਟਸ ਮਲਟੀ ਫੈਮਿਲੀ 'ਚ ਵੀ ਚਲੇ ਗਏ, ਜਿਹਨੂੰ ਲੰਮਾ ਚਿਰ ਲੱਗ ਜਾਂਦਾ ਡਿਵੈਲਪਮੈਂਟ ਪ੍ਰੋਸੈਸ ਦੇ ਵਿੱਚ ਜਾਣ ਦੀ, ਉਸ ਤੋਂ ਬਾਅਦ ਕੰਸਟਰਕਸ਼ਨ ਵੀ। ਹੁਣ ਸਿੰਗਲ ਫੈਮਿਲੀ ਘਰ ਕਹਿ ਲਓ ਜੇ 8-10 ਮਹੀਨਿਆਂ 'ਚ ਇੱਥੇ ਸਰੀ 'ਚ ਜਿਹੜਾ ਸਟੈਂਡਰਡ ਛੋਟਾ ਮਿਡ ਲੈਵਲ ਘਰ ਆ ਖੜਾ ਹੋ ਜਾਂਦਾ, ਵੱਲ ਮਲਟੀ ਫੈਮਿਲੀ ਪ੍ਰੋਜੈਕਟ ਨੂੰ ਕਦੇ ਕਦੇ 2 ਸਾਲ 2.5 ਸਾਲ ਵੀ ਲੱਗ ਜਾਂਦੇ ਆ। ਸੋ ਪੀਪਲ ਆਰ ਗੋਇੰਗ ਵਿਦ ਦ ਥਾਟਸ ਵੀ ਜਦੋਂ ਤਾਈਂ ਬਣਨਾ ਉਦੋਂ ਤਾਈਂ ਮਾਰਕੀਟ ਠੀਕ ਹੋ ਜੂਗੀ, ਆਪਣੇ ਯੂਨਿਟ ਵਿਕ ਜਾਣਗੇ ਜਦੋਂ ਤਾਈਂ ਆਪਾਂ ਉੱਥੇ ਪਹੁੰਚਣਾ। ਲੰਬਰ ਕਹਿੰਦੇ ਸੀ ਬਹੁਤ ਮਹਿੰਗੀ ਹੋ ਗਈ ਹੈ। ਲੰਬਰ ਪ੍ਰਾਈਸਿਸ ਹੈਵ ਬੀਨ ਕਰੈਕਟਡ ਐਂਡ ਅਵੇਲੇਬਿਲਿਟੀ ਹੁਣ ਆਪਾਂ ਨੂੰ ਫੇਰ ਲੰਬਰ ਮਿਲਣ ਲੱਗ ਪਈ, ਐਡਜਸਟਮੈਂਟ ਫੇਰ ਹੋ ਗਈ ਇੱਕਦਮ ਤੇ ਬਹੁਤ ਸਪਾਈਕ ਕਰ ਗਈਆਂ ਸੀਗੀਆਂ, ਬਟ ਅਗੇਨ ਦੇ ਹੈਵ ਕਾਈਂਡ ਆਫ ਕਰੈਕਟਡ ਦੈਮਸੈਲਵਸ ਟੂ ਸਮ ਲੈਵਲ। ਤੇ ਹੁਣ ਫਿਊਚਰ ਕਿੱਦਾਂ ਦੇਖਦੇ ਹੋ ਇਹ ਸਾਰੇ ਕੁਝ ਦਾ ਜੀ, ਕੀ ਲੱਗਦਾ? ਫਿਊਚਰ ਮੈਂ ਪਰਸਨਲੀ ਜਿਹੜੀ ਮੇਰੀ ਪਰਸਨਲ ਸੋਚ ਆ, ਮੈਂ ਤਾਂ ਇਹ ਕਹਿੰਦਾ ਓਬਵੀਅਸਲੀ ਇਮੀਗ੍ਰੇਸ਼ਨ ਦੇ ਰਿਲੇਸ਼ਨ ਆ ਵੀ ਆਪਾਂ ਹੁਣ ਕਹਿੰਦੇ ਆਲਮੋਸਟ 500,000 ਪੀਪਲ ਪਰ ਈਅਰ ਆਉਣੇ ਆ ਕੈਨੇਡਾ 'ਚ। ਆਲਰੇਡੀ ਇੰਨੇ ਇਮੀਗ੍ਰੈਂਟ ਆਏ ਹੋਏ ਆ ਜਿਹੜੇ ਹੁਣ PR ਹੋ ਰਹੇ ਨੇ। ਵੀ ਹੈਵ ਮਲਟੀਪਲ ਪੀਪਲ ਜਿਹੜੇ ਇਕੱਠੇ ਰਹਿ ਰਹੇ ਆ, ਸ਼ੇਅਰ ਕਰ ਰਹੇ ਆ ਅਕੋਮੋਡੇਸ਼ਨਸ। ਹੁਣ ਜੇ 4 ਜਣੇ ਇੱਕ ਥਾਂ ਸ਼ੇਅਰ ਕਰ ਰਹੇ ਆ ਤੇ 4 ਜਣੇ ਦੂਜੇ ਥਾਂ ਸ਼ੇਅਰ ਕਰ ਰਹੇ ਆ, ਉਹਨਾਂ ਨੇ PR ਹੋ ਜਾਣਾ, ਉਹਨਾਂ ਨੂੰ ਜੌਬਸ ਮਿਲ ਜਾਣੀਆਂ ਆਪਦੀਆਂ ਪਰਮਾਨੈਂਟ, ਉਹਨਾਂ ਨੇ ਆਪਦੀ ਫੈਮਿਲੀ ਦਾ ਦੇਖਣਾ, ਵਿਆਹ ਕਰਾਉਣੇ ਆ। ਸੋ ਦੋਜ਼ ਪੀਪਲ ਹੈਵ ਟੂ ਸ਼ਿਫਟ ਇਨਟੂ ਵੈਦਰ ਇਵਨ ਰੈਂਟਲ ਯੂਨਿਟਸ। ਜੇ ਹੁਣ 4-4 2 'ਚ ਆ, ਦੈਟ ਮੀਨਸ ਜੇ 2-2 ਜਣਿਆਂ ਨੇ ਹੋਣਾ ਇੱਕ ਯੂਨਿਟ 'ਚ, ਫਿਰ 2 ਯੂਨਿਟ ਤੇ ਹੋਰ ਚਾਹੀਦੇ ਆ। ਐਂਡ ਜੇ ਆਪਾਂ ਸਪਲਾਈ ਦੀ ਗੱਲ ਕਰਦੇ ਹਾਂ, ਸਪਲਾਈ ਇਜ਼ ਸਟਿਲ ਐਨ ਇਸ਼ੂ, ਆਪਣੇ ਕੋਲ ਸਪਲਾਈ ਸ਼ੋਰਟੇਜ ਆ ਰਾਈਟ ਹੋਮਸ ਦੀ। ਕਹਿੰਦੇ ਸੀ ਮਟੀਰੀਅਲ ਦੀ ਪ੍ਰਾਈਸਿਸ ਜਿਹੜੀਆਂ ਉਹ ਕਾਫੀ ਵੱਧ ਗਈਆਂ ਘਰ ਨੂੰ ਬਣਾਉਣ ਦੇ ਲਈ। ਹੁਣ ਅੱਗਿਓਂ ਕੀਮਤਾਂ ਜਿਹੜੀਆਂ ਇਹ ਇੱਕ ਫੈਕਟਰ ਹੈਗਾ ਜਿਹੜਾ ਦੱਸਦਾ ਕਿ ਇੱਥੇ ਘਰਾਂ ਦੀਆਂ ਕੀਮਤਾਂ ਥੱਲੇ ਨਹੀਂ ਆਉਣੀਆਂ, ਜਿਹੜੇ ਬਿਲਡਰ ਨੇ ਮਹਿੰਗਾ ਮਟੀਰੀਅਲ ਲੈ ਕੇ ਬਣਾਇਆ ਉਹ ਘੱਟ ਤੇ ਕਦੇ ਵੀ ਨਹੀਂ ਵੇਚੂਗਾ। ਐਡਜਸਟਮੈਂਟ ਮੇ ਵੀ ਥੋੜੀ ਬਹੁਤ ਕਰਨੀ ਪਵੇ, ਪਰ ਕੋਈ ਨਹੀਂ ਚਾਹੁੰਦਾ ਵੀ ਅਸੀਂ ਮਹਿੰਗਾ ਮਟੀਰੀਅਲ ਲਾ ਕੇ ਸਸਤਾ ਵੇਚੀਏ। ਬਟ ਅਗੇਨ ਮਟੀਰੀਅਲ ਦੀ ਪ੍ਰਾਈਸ ਕਿਹੜਾ ਡਾਊਨ ਆ ਰਹੀ ਆ, ਸ਼ਿਪਿੰਗ ਹੈਜ਼ ਗੋਨ ਅਪ, ਦ ਕਾਸਟ ਆਫ ਦ ਮਟੀਰੀਅਲ ਇਟਸੈਲਫ ਹੈਜ਼ ਗੋਨ ਅਪ, ਕਾਸਟ ਆਫ ਪ੍ਰੋਡਕਸ਼ਨ ਹੈਜ਼ ਗੋਨ ਅਪ। ਆਲਸੋ ਆਪਾਂ ਨੂੰ ਪਤਾ ਵਾ ਲੇਬਰ ਸ਼ੋਰਟੇਜ ਆ, ਜਿਹਦੇ ਨਾਲ ਮਰਜ਼ੀ ਗੱਲ ਕਰ ਲਓ, ਹਰੇਕ ਬੰਦਾ EMPLOYEES ਲੱਭ ਰਿਹਾ, EMPLOYEES ਲੱਭ ਨਹੀਂ ਰਹੇ, ਤੇ ਹਰੇਕ ਕੰਪਨੀ ਕਹਿ ਰਹੀ ਆ ਵੀ ਵੀ ਆਰ ਹੈਵਿੰਗ ਐਨ ਇਸ਼ੂ ਫਾਈਂਡਿੰਗ ਨਿਊ EMPLOYEES। ਬਹੁਤ ਬਹੁਤ ਸ਼ੁਕਰੀਆ ਨਾਇਬ ਜੀ, ਮਿਹਰਬਾਨੀ। ਨੋ ਪ੍ਰੋਬਲਮ, ਥੈਂਕ ਯੂ ਜੀ। ਦੋਸਤੋ ਨਾਇਬ ਗਰੇਵਾਲ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ ਆ। ਮਾਮਲਾ ਗਰਾਊਂਡ ਦੇ ਉੱਤੇ ਕੀ ਹੈ, ਕੰਸਟਰਕਸ਼ਨ ਇਸ ਵੇਲੇ ਚੱਲ ਰਹੀ ਹੈ, ਸਿਚੁਏਸ਼ਨ ਕੀ ਹੈ। ਜਦੋਂ ਅਸੀਂ ਕਹਿੰਦੇ ਰਿਸੈਸ਼ਨ ਆ ਜਾਣਾ ਜਾਂ ਆਹ ਹੋ ਜਾਣਾ, ਉਹਦੇ ਜਿਹੜੇ ਕੁਝ ਸਾਇੰਸ ਨੇ, ਰਿਸੈਸ਼ਨ ਆਉਣਾ ਜਾਂ ਨਹੀਂ ਆਉਣਾ ਬਾਅਦ ਦੀ ਗੱਲ ਆ, ਪਰ ਇੱਕ ਬੜੀ ਵੱਡੀ ਗੱਲ ਆ, ਵਰਕਰਸ ਹੀ ਨਹੀਂ ਮਿਲ ਰਿਹਾ। ਕੰਪਨੀਆਂ ਕਾਮਿਆਂ ਦੀ ਤਲਾਸ਼ ਕਰ ਰਹੀ ਹੈ, ਉਹਨਾਂ ਨੂੰ ਕੰਮ ਕਰਨ ਵਾਲੇ ਬੰਦੇ ਨਹੀਂ ਲੱਭ ਰਹੇ। ਦੂਜਾ 2-2 ਸਾਲ ਦੇ 3-3 ਸਾਲ ਦੇ ਪ੍ਰੋਜੈਕਟ ਆਲਰੇਡੀ ਪਏ ਨੇ। ਮਟੀਰੀਅਲ ਜਿੰਨਾ ਮਹਿੰਗਾ ਲੈ ਕੇ ਬਿਲਡਰ ਲਾ ਰਿਹਾ ਘਰ ਦੇ ਵਿੱਚ, ਉਸ ਹਿਸਾਬ ਨਾਲ ਲੱਗਦਾ ਨਹੀਂ ਕਿ ਬਹੁਤ ਥੱਲੇ ਕੀਮਤਾਂ ਇਹਦੀਆਂ ਆਉਣਗੀਆਂ। ਪਰ ਬਿਨਾਂ ਸ਼ੱਕ ਵੱਧਦੀਆਂ ਕੀਮਤਾਂ, ਘਰਾਂ ਦੀ ਘਟੀ ਸੇਲ, ਥੱਲੇ ਆਈਆਂ ਘਰਾਂ ਦੀਆਂ ਕੀਮਤਾਂ ਦਾ ਅਸਰ ਇਹਨਾਂ ਬਿਲਡਰਸ ਦੇ ਉੱਤੇ, ਜਿਹੜੀ ਕੰਸਟਰਕਸ਼ਨ ਕਰ ਰਹੇ ਨੇ ਇਸ ਵੇਲੇ, ਉਹ ਤੇ ਉਹਦੇ ਨਾਲ ਸੰਬੰਧਿਤ ਸਾਰੇ ਟ੍ਰੇਡਸ ਦੇ ਉੱਤੇ ਥੋੜ੍ਹਾ ਬਹੁਤਾ ਨਜ਼ਰ ਆ ਰਿਹਾ। ਪਰ ਆਉਣ ਵਾਲੇ ਭਵਿੱਖ ਵਿੱਚ ਇਹਦਾ ਵੱਡਾ ਅਸਰ ਅਜੇ ਤੱਕ ਨਜ਼ਰ ਨਹੀਂ ਆ ਰਿਹਾ। ਕੈਮਰਾਮੈਨ ਅਮਿਤ ਪਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।